ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਹੋਣ, ਚਾਹੇ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣ, ਹੋਰ ਵੱਡੇ ਵੱਡੇ ਅਹੁਦੇ ਹੋਣ, ਉਹ ਲਿਫਾਫਿਆਂ ਦੇ ਵਿੱਚੋਂ ਨਾਮ ਨਿਕਲਦੇ ਨੇ। ਜਿਸ ਲਿਫਾਫੇ ਤੇ ਗੂੰਦ ਜਿਹੜਾ ਹੈ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਨੇ ਲਾਇਆ। ਇੱਕ ਨਾਂ ਦਾ ਲੋਕਤੰਤਰਿਕ ਸਿਸਟਮ ਜਿਹੜਾ ਹੈ ਪਾਰਟੀ ਦੇ ਵਿਦਨ ਪਾਰਟੀ ਦੇ ਉਹ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਵਿੱਚ ਕੁਝ ਨਹੀਂ ਸੀ। ਜਿਹੜੇ ਫੇਸ ਜਿਹੜੇ ਨੇ ਬਦਲੀ ਕੀਤੇ ਗਏ ਨੇ, ਕੈਪਟਨ ਅਮਰਿੰਦਰ ਸਿੰਘ ਆ ਗਏ ਤੇ ਉਹ ਵੀ ਆਪਣੇ ਹੀ ਨੇ, ਕੋਈ ਗੱਲ ਨਹੀਂ। ਜੇ ਇਹਨਾਂ ਨੇ ਸੁਖ ਵਿਲਾਸ ਬਣਾਇਆ ਸੀ ਤੇ ਉਹਨਾਂ ਨੇ ਸੀਸਮਾ ਫਾਰਮ ਬਣਾ ਲਿਆ। ਇਹੋ ਹੀ ਸਾਨੂੰ ਵੇਖਣ ਨੂੰ ਮਿਲਿਆ। ਬੇਅਦਬੀ ਦੇ ਕੇਸ, ਨਸ਼ਿਆਂ ਦੇ ਕੇਸ, ਮਜੀਠੀਏ ਦੀਆਂ ਫਾਈਲਾਂ, ਹੋਰ ਪਤਾ ਨਹੀਂ ਕਿਹੜੀਆਂ ਫਾਈਲਾਂ ਦੱਬੀਆਂ ਦੀਆਂ ਦੱਬੀਆਂ ਰਹਿ ਗਈਆਂ। ਉਸ ਸਮੇਂ ਤੱਕ ਅਕਾਲੀ ਦਲ ਨੂੰ ਫਿਕਰ ਨਹੀਂ ਪਿਆ ਜਿਸ ਵੇਲੇ ਤੱਕ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨਹੀਂ ਆਈ। ਜਿਸ ਦਿਨ ਤੁਸੀਂ ਅਕਾਲੀ ਦਲ ਨੇ ਸਭ ਤੋਂ ਵੱਡਾ ਜਿਹੜਾ ਬਲੰਡਰ ਮੈਂ ਕਹਿ ਸਕਦਾ ਕੀਤਾ ਉਹ ਇਹੋ ਕਿ ਕਿਸਾਨੀ ਬਿੱਲਾਂ ਦਾ ਸਮਰਥਨ ਦੇ ਕੇ ਉਹਨਾਂ ਨੂੰ ਪਾਸ ਕਰਾਉਣ ਦੇ ਵਿੱਚ ਮਦਦ ਕੀਤੀ, ਸਿਰਫ ਇਸ ਕਰਕੇ ਕਿ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੀ ਸੀ ਉਹ ਕੇਂਦਰ ਦੇ ਵਿੱਚ ਮੰਤਰੀ ਸੀ। ਮਾਰਨਾ ਸਕਾਟ ਨੂੰ ਸੀ ਤੇ ਮਾਰਸ ਸੈਂਡਰਸ ਨੂੰ ਦਿੱਤਾ। ਅਸੈਂਬਲੀ ਦੇ ਵਿੱਚ ਬੰਬ ਸੁੱਟ ਦਿੱਤਾ। ਭਾਈ ਅੱਤਵਾਦੀ ਫੋਕੇ ਬੰਬ ਨਹੀਂ ਸੁੱਟਿਆ ਕਰਦੇ, ਉਹ ਵਾਂਟਡ ਵਿਅਕਤੀ ਨੇ। ਉਹਨਾਂ ਨੂੰ ਪਤਾ ਹੈ ਕਿ ਉਹ ਲਾਹੌਰ ਕੇਸ ਦੇ ਵਿੱਚ ਮੈਨੂੰ ਸਜ਼ਾ ਹੋਣੀ ਹੈ ਤੇ ਉਹ ਉੱਥੇ ਖੜੇ ਹੋ ਕੇ ਗ੍ਰਿਫਤਾਰੀ ਦੇ ਰਹੇ ਨੇ ਸਾਥੀਆਂ ਸਮੇਤ। ਆਪਣੀ ਫਾਂਸੀ ਦੀ ਅਪੀਲ ਵੀ ਨਹੀਂ ਕਰਦੇ। ਤੁਸੀਂ ਉਹਨੂੰ ਅੱਤਵਾਦੀ ਗਰਦਾਨ ਰਹੇ। ਬਹੁਤ ਕਿਸਮ ਦੇ ਇਲਜ਼ਾਮ ਸਿਮਰਜੀਤ ਸਿੰਘ ਮਾਨ ਤੇ ਲੱਗਣ ਲੱਗੇ ਨੇ, ਜਿਸ ਵਿੱਚ ਪੁਲਿਸ ਮੁਕਾਬਲੇ ਦੇ ਇਲਜ਼ਾਮ ਲੱਗੇ ਨੇ ਉਹਨਾਂ ਤੇ। ਉਹਨਾਂ ਨੇ ਪੈਸੇ ਲੈ ਕੇ ਜਿਹੜੇ ਹਨ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਨੂੰ ਪੱਕੇ ਕਰਨ ਵਾਸਤੇ ਚਿੱਠੀਆਂ ਦਿੱਤੀਆਂ ਹੋਈਆਂ ਨੇ। ਲੌਰੈਂਸ ਬਿਸ਼ਨੋਈ ਨੇ ਰੌਲਾ ਪਾ ਲਿਆ ਮੇਰਾ ਝੂਠਾ ਮੁਕਾਬਲਾ ਹੋ ਜਾਏਗਾ। ਜਿੰਨੀ ਦੇਰ ਤੱਕ ਉਹ ਪ੍ਰੋਪਰ ਪੁਲਿਸ ਕਸਟਡੀ ਦੇ ਵਿੱਚ ਹੈ, ਪੁਲਿਸ ਰਿਮਾਂਡ ਤੇ ਹੈ, ਪੁਲਿਸ ਨੂੰ ਉਸ ਦੀ ਪ੍ਰੋਟੈਕਸ਼ਨ ਕਰਨੀ ਪਏਗੀ। ਪਰ ਸਿਮਰਜੀਤ ਸਿੰਘ ਮਾਨ, ਮੈਂ ਸਮਝਦਾ ਕਿ ਪੰਜਾਬ ਦੇ ਜਿਹੜੇ ਮੁੱਦੇ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਤੇ ਹੋਰ ਜਿਹੜੇ ਸੀ ਪੰਜਾਬ ਦੇ ਮੁੱਦੇ, ਪਾਣੀਆਂ ਦਾ ਮੁੱਦਾ ਹੈ, ਉਹਦੇ ਬਾਰੇ ਗੱਲ ਕਰਨ ਜ਼ਿਆਦਾ ਤੇ ਬਿਹਤਰ ਹੋਵੇਗਾ। ਆਪਣਾ ਕਲੀਅਰ ਕਰਨ ਕਿ ਉਹਨਾਂ ਦਾ ਸਟੈਂਡ ਕੀ ਹੈ। ਵਕਾਲਤ ਦਾ ਪ੍ਰੋਫੈਸ਼ਨਲਿਜ਼ਮ ਜਿਹੜਾ ਹੈ ਉਹ ਇਹ ਕਹਿੰਦਾ ਹੈ ਕਿ ਇਹਨਾਂ ਗੱਲਾਂ ਦਾ ਕੋਈ ਮਾਨਾ ਨਹੀਂ ਕਿ ਉਸ ਵਕੀਲ ਨੇ ਪਹਿਲਾਂ ਕਿਹਨੂੰ ਰਿਪਰੈਜ਼ੈਂਟ ਕੀਤਾ ਹੋਇਆ, ਉਸ ਮੌਕੇ ਤੇ ਉਹ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ। ਇਹ ਗੱਲ ਜ਼ਿਆਦਾ ਵਾਜਬ ਤੇ ਇਹ ਸਮਝਣ ਵਾਲੀ। ਸਰਕਾਰ ਦੇ ਜਦੋਂ ਪੱਖ ਤੁਸੀਂ ਸਰਕਾਰ ਦੇ ਵਿੱਚ ਐਡਵੋਕੇਟ ਜਨਰਲ ਨੂੰ ਵਜੋਂ ਤੁਸੀਂ ਸਰਕਾਰ ਨੂੰ ਰਿਪਰੈਜ਼ੈਂਟ ਕਰਨਾ ਹੈ ਤੇ ਤੁਹਾਡੀਆਂ ਵਫਾਦਾਰੀਆਂ ਸਰਕਾਰ ਦੇ ਨਾਲ ਹੋਣ। ਪਰ ਦਸ਼ਮੇਸ਼ ਸਿੰਘ ਸੈਣੀ ਜੇ ਵਿਵਾਦਤ ਅੱਜ ਨੇ ਜਾਂ ਉਹਨਾਂ ਤੇ ਕੋਈ ਗੱਲ ਹੈ ਤੇ ਉਸ ਨੂੰ ਡੀਜੀਪੀ ਕਿਸ ਨੇ ਬਣਾਇਆ ਸੀ? ਹੁਣ ਪਿਛਲੇ ਸਾਲਾਂ ਦੇ ਵਿੱਚ ਕੇਂਦਰ ਵੱਲੋਂ ਉਹ ਮਸ਼ੀਨਰੀ ਤੇ ਸਬਸਿਡੀ ਦਿੱਤੀ ਗਈ ਜਿਸ ਨੇ ਪਰਾਲੀ ਨੂੰ ਸਾਂਭਣਾ, ਉਸ ਦੇ ਵਿੱਚ ਵੀ ਪਰ ਘਪਲੇ ਹੋਏ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਖਾਸ ਮੁੱਦਿਆਂ ਤੇ ਗੱਲਬਾਤ ਕਰਾਂਗੇ, ਕੁਝ ਅਹਿਮ ਖਬਰਾਂ ਦਾ ਜ਼ਿਕਰ ਕਰਾਂਗੇ ਤੇ ਇਸ ਪ੍ਰੋਗਰਾਮ 'ਚ ਮੇਰਾ ਸਾਥ ਦੇਣਗੇ ਸਾਡੇ ਐਕਸਪਰਟ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਸੁਬਲੀਨ, ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ। ਕੁਲਦੀਪ ਜੀ, ਪੰਜਾਬ ਦੀਆਂ ਖਬਰਾਂ ਤਾਂ ਬਹੁਤ ਨੇ, ਪਰ ਸ਼ੁਰੂ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ। 10 ਮਾਰਚ ਨੂੰ ਜਦੋਂ ਲੋਕਾਂ ਨੇ ਆਪਣਾ ਫਰਮਾਨ ਸੁਣਾਇਆ ਤੇ ਸ਼੍ਰੋਮਣੀ ਅਕਾਲੀ ਦਲ ਸੋਚਣ ਲਈ ਮਜਬੂਰ ਹੋ ਗਿਆ। ਫਿਰ ਉਹਨਾਂ ਨੇ ਇੱਕ ਕਮੇਟੀ ਬਣਾਈ 13 ਮੈਂਬਰਾਂ ਦੀ। ਇਕਬਾਲ ਸਿੰਘ ਝੁੰਦਾ ਨੂੰ ਉਹਦਾ ਹੈੱਡ ਬਣਾ ਦਿੱਤਾ ਗਿਆ ਤੇ ਹੁਣ ਹਾਲ ਹੀ ਵਿੱਚ ਉਸ ਕਮੇਟੀ ਨੇ ਆਪਣੀ ਰਿਪੋਰਟ ਦਿੱਤੀ ਹੈ। 5 ਘੰਟੇ ਗੋਡੇ ਮੋਢੇ ਜੋੜ ਕੇ ਸਾਰੇ ਜਾਣੇ ਬੈਠੇ ਨੇ, ਸੋਚਿਆ ਵੀ ਕਿਹੜੀ ਗੱਲੋਂ ਹਾਰੇ ਆ। ਤੇ ਰਿਪੋਰਟ 'ਚ ਇਹ ਵੀ ਲਿਖਿਆ ਸੀ ਕਿ ਅਕਾਲੀ ਦਲ ਜਿਹੜਾ ਆ ਆਪਣੇ ਸਿਧਾਂਤਾਂ ਤੋਂ ਭਟਕ ਗਿਆ ਆ। ਸਵਾਲ ਮੇਰਾ ਤੁਹਾਨੂੰ ਹੁਣ ਇਹ ਹੈ ਕਿ ਕੀ ਹੁਣ ਇਹ ਪ੍ਰਧਾਨ ਸਾਹਿਬ ਨੂੰ ਬਦਲ ਦੇਣਗੇ? ਕੋਈ ਨਵਾਂ ਬੰਦਾ ਆਊਗਾ ਜਿਹੜਾ ਨਵਾਂ ਅਕਾਲੀ ਦਲ ਸਿਰਜੂਗਾ? ਦੇਖੋ, ਗੱਲ ਇਹ ਹੈ ਜੀ ਕਿ ਪ੍ਰਧਾਨ ਸਾਹਿਬ ਨੂੰ ਬਦਲਣ ਦਾ ਸਵਾਲ ਨਹੀਂ ਪੈਦਾ ਹੁੰਦਾ। ਇਕਬਾਲ ਸਿੰਘ ਝੁੰਦਾ ਕਮੇਟੀ ਦੀ ਰਿਪੋਰਟ ਪਹਿਲਾਂ ਹੀ ਦਾਖਲ ਹੋ ਚੁੱਕੀ ਸੀ, ਮੈਂਬਰਾਂ ਨੇ ਪੜ੍ਹੀ ਹੋਈ ਸੀ, ਮੈਂਬਰਾਂ ਨੇ ਦੇਖੀ ਹੋਈ ਸੀ, ਪਰ ਉਸ ਤੇ ਵਿਚਾਰ ਅਜੇ ਪੂਰਾ ਨਹੀਂ ਸੀ ਹੋਇਆ। ਹੁਣ ਪ੍ਰੇਮ ਸਿੰਘ ਚੰਦੂਮਾਜਰਾ ਦੀ ਗੱਲ ਮੰਨੀਏ ਤੇ ਸੰਵਿਧਾਨ ਅਕਾਲੀ ਦਲ ਦਾ ਜੋ ਕਹਿੰਦਾ ਹੈ ਉਸ ਮੁਤਾਬਕ ਜੇ ਕੋਈ ਇਸ ਤਰ੍ਹਾਂ ਦੀ ਸਥਿਤੀ ਰਾਈਜ਼ ਹੁੰਦੀ ਹੈ ਤੇ ਪਹਿਲਾਂ ਉਸ ਦਾ ਮੁੱਦਾ ਜਿਹੜਾ ਹੈ ਮੈਂਬਰਾਂ ਦੇ ਮੂਹਰੇ ਰੱਖਿਆ ਜਾਂਦਾ ਹੈ। ਜਿਹੜੇ ਉਸ ਦੇ ਸੀਨੀਅਰ ਮੈਂਬਰ ਨੇ ਉਹਨਾਂ ਨੂੰ ਉਸ ਤੇ ਭਰੋਸੇ ਦੇ ਵਿੱਚ ਲਿਆ ਜਾਂਦਾ। ਉਸ ਤੋਂ ਬਾਅਦ ਜਿਹੜਾ ਹੈ ਇਸ ਤੇ ਕੋਈ ਹੋਰ ਜਿਹੜੀ ਕਮੇਟੀ ਬਣੀ ਹੁੰਦੀ ਹੈ ਉਸ ਦੇ ਵਿੱਚ ਇਸ ਨੂੰ ਲਿਆਂਦਾ ਜਾਂਦਾ। ਕੋਰ ਕਮੇਟੀ ਦੇ ਵਿੱਚ ਬਾਅਦ ਵਿੱਚ ਜਿਹੜਾ ਹੈ ਉਹ ਲਿਆਂਦਾ ਜਾਂਦਾ। ਸਮੀਖਿਆ ਕਮੇਟੀ ਅਸਲ ਵਿੱਚ ਜਿਸ ਨੇ ਉਸ ਦੀ ਜਾਂਚ ਪੜਤਾਲ ਕਰਨੀ ਹੈ ਕਿ ਦੇਖਣਾ ਹੈ ਕਿ ਵਾਕਿਆ ਇਹ ਸਹੀ ਹੈ ਜਾਂ ਕੀ ਹੈ, ਫਿਰ ਉਸ ਨੂੰ ਕੋਰ ਕਮੇਟੀ ਦੇ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ। ਪਰ ਅਕਾਲੀ ਦਲ ਦਾ ਜੋ ਇੱਕ ਤੌਰ ਤਰੀਕਾ ਬਣ ਚੁੱਕਾ ਹੈ ਪਿਛਲੇ ਸਾਲਾਂ ਦੇ ਵਿੱਚ, ਉਹ ਸਾਰਿਆਂ ਦੇ ਸਾਹਮਣੇ ਕਿ ਵਨ ਫੈਮਿਲੀ ਕਮੇਟੀ ਹੈ, ਵਨ ਫੈਮਿਲੀ ਇਹ ਪਾਰਟੀ ਬਣ ਚੁੱਕੀ ਹੈ। ਇਸ ਵਿੱਚ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੋ ਵੋਟਾਂ ਤੋਂ ਪਹਿਲਾਂ ਇਹ ਕਈ ਵਾਰੀ ਪਹਿਲਾਂ ਵੀ, ਇਸ ਵਾਰੀ ਨਹੀਂ ਪਹਿਲਾਂ ਵੀ ਆਖ ਚੁੱਕੇ ਨੇ ਕਿ ਲਓ ਜੀ
ਮੈਂ ਪਤਾ ਨਹੀਂ ਜਦੋਂ ਉਹਨਾਂ ਨੂੰ ਕੋਈ ਪੱਤਰਕਾਰ ਪੁੱਛਦਾ ਕਿ ਮੈਂ ਵੋਟਾਂ ਦੇ ਵਿੱਚ ਤੁਸੀਂ ਖੜੇ ਹੋ ਰਹੇ ਹੋ, ਕਿੱਥੋਂ ਹੋ ਰਹੇ ਹੋ? ਇਹ ਤਾਂ ਪਤਾ ਨਹੀਂ ਜੀ। ਅਕਾਲੀ ਦਲ ਦੀ ਲੀਡਰਸ਼ਿਪ ਜੋ ਜ਼ਿੰਮੇਵਾਰੀ ਲਾਏਗੀ, ਉਹ ਸਿਰ ਮੱਥੇ ਤੇ ਕਬੂਲ ਹੋਵੇਗੀ। ਦੂਸਰੇ ਪਾਸੇ ਜਿਹੜੇ ਸਾਡੇ ਅਹੁਦੇਦਾਰਾਂ ਨੇ, ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਹੋਣ, ਚਾਹੇ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣ, ਹੋਰ ਵੱਡੇ-ਵੱਡੇ ਅਹੁਦੇ ਹੋਣ, ਉਹ ਲਿਫਾਫਿਆਂ ਦੇ ਵਿੱਚੋਂ ਨਾਮ ਨਿਕਲਦੇ ਨੇ। ਜਿਸ ਲਿਫਾਫੇ ਤੇ ਗੂੰਦ ਜਿਹੜਾ ਹੈ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਨੇ ਲਾਇਆ ਹੁੰਦਾ, ਉਸਨੂੰ ਕੋਈ ਖੋਲ੍ਹ ਕੇ ਵੇਖ ਨਹੀਂ ਸਕਦਾ। ਇਹ ਸਾਰੀਆਂ ਗੱਲਾਂ ਦਾ ਸਾਨੂੰ ਪਤਾ ਹੈ। ਇੱਕ ਨਾਂ ਦਾ ਲੋਕਤੰਤਰਿਕ ਸਿਸਟਮ ਜਿਹੜਾ ਹੈ ਪਾਰਟੀ ਦੇ ਵਿਦਨ ਪਾਰਟੀ ਦੇ, ਉਹ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਵਿੱਚ ਕੁਝ ਨਹੀਂ ਸੀ। ਅਕਾਲੀ ਦਲ ਦਾ ਉਹ ਜਿਹੜਾ ਇੱਕ ਭਰਮ ਭਾਅ ਜਿਹੜਾ ਬਣਿਆ ਹੋਇਆ ਸੀ, ਉਹ 17 ਸਾਲ ਤੇ ਚੱਲ ਗਿਆ। ਉਸ ਵਿੱਚੋਂ ਪਹਿਲਾਂ ਥੋੜ੍ਹੇ ਜਿਹੇ ਟੁੱਟਵੇਂ ਸਾਲ, ਉਸ ਤੋਂ ਬਾਅਦ 97 ਤੋਂ ਲੈ ਕੇ 2002 ਤੱਕ, ਤੇ ਫਿਰ 2017 ਤੱਕ, 2007 ਤੋਂ ਲੈ ਕੇ ਫਿਰ 17 ਤੱਕ, ਇਹ 10 ਸਾਲ ਲਗਾਤਾਰ ਜਿਹੜੇ ਅਕਾਲੀ ਦਲ ਨੇ ਰਾਜ ਕੀਤਾ ਹੈ। ਉਸ ਵਿੱਚ ਇਹਨਾਂ ਦੇ ਦਿਮਾਗ ਦੇ ਵਿੱਚ ਗੱਲ ਇਹ ਆ ਗਈ ਕਿ ਅਸੀਂ ਫਿਰ ਹੁਣ ਆਪਣੇ ਪਾਰਟੀ ਪੱਧਰ ਤੇ ਜਿਵੇਂ ਮਰਜ਼ੀ ਦੇ ਫੈਸਲੇ ਕਰੀਏ, ਪੰਜਾਬ ਲਈ ਜਿਵੇਂ ਮਰਜ਼ੀ ਦੇ ਫੈਸਲੇ ਕਰੀਏ, ਸਾਨੂੰ ਕੋਈ ਚੈਲੰਜ ਕਰਨ ਵਾਲਾ, ਰੋਕਣ ਵਾਲਾ ਨਹੀਂ ਹੈ। ਚਾਹੇ ਉਹ ਜਿਸ ਤਰ੍ਹਾਂ ਦਾ ਮਰਜ਼ੀ ਫੈਸਲਾ ਹੋਵੇ, ਚਾਹੇ ਉਹ ਸਿੱਖਾਂ ਦੇ ਧਾਰਮਿਕ ਮਸਲਿਆਂ ਨਾਲ ਸੰਬੰਧਿਤ ਹੋਵੇ, ਚਾਹੇ ਉਹ ਪੰਜਾਬ ਦੀ ਕਿਸਾਨੀ ਨਾਲ ਸੰਬੰਧਿਤ ਹੋਵੇ, ਜਾਂ ਪੰਜਾਬ ਦੇ ਜਿਹੜੇ ਬੇਰੁਜ਼ਗਾਰੀ ਹੈ, ਨੌਜਵਾਨ ਹੈ, ਨਸ਼ੇ ਹੈ, ਅਮਨ ਕਾਨੂੰਨ ਹੈ, ਬੇਅਦਬੀ ਦਾ ਕੁਝ ਵੀ ਮਸਲਾ ਹੋਵੇ, ਅਸੀਂ ਆਪਣਾ ਕੰਮ ਕਰਦੇ ਜਾਣਾ ਹੈ। ਤੇ ਵੋਟਾਂ ਦੇ ਲਾਗੇ ਜਾ ਕੇ ਅਸੀਂ ਇਹੋ ਜਿਹਾ 2-4 ਪੈਂਤੜੇ ਬਦਲਨੇ ਨੇ ਤੇ ਵੋਟਾਂ ਸਾਨੂੰ ਪੈ ਜਾਣੀਆਂ ਨੇ। 2017 ਦੇ ਵਿੱਚ ਪਹਿਲੀ ਵਾਰੀ ਤੁਸੀਂ ਤੇ ਹੁਣ ਕਿਹਾ ਨਾ ਕਿ ਮਾਰਚ 10 ਨੂੰ ਜੋ ਨਤੀਜੇ ਆਏ ਨੇ, ਉਦੋਂ ਨਾਲੋਂ ਪਹਿਲਾਂ 2017 ਦੇ ਵਿੱਚ ਸੰਭਲ ਜਾਣਾ ਚਾਹੀਦਾ ਸੀ, ਪਰ ਲੱਗਣ ਲੱਗਿਆ ਕਿ ਨਹੀਂ, ਇਹ ਤਾਂ ਸਿਰਫ ਜਿਹੜੇ ਫੇਸ ਜਿਹੜੇ ਨੇ ਬਦਲੀ ਕੀਤੇ ਗਏ ਨੇ। ਕੈਪਟਨ ਅਮਰਿੰਦਰ ਸਿੰਘ ਆ ਗਏ ਤੇ ਉਹ ਵੀ ਆਪਣੇ ਹੀ ਨੇ, ਕੋਈ ਗੱਲ ਨਹੀਂ। ਜੇ ਇਹਨਾਂ ਨੇ ਸੁਖ ਵਿਲਾਸ ਬਣਾਇਆ ਸੀ ਤੇ ਉਹਨਾਂ ਨੇ ਸੀਸਮਾ ਫਾਰਮ ਬਣਾ ਲਿਆ। ਇਹੋ ਹੀ ਸਾਨੂੰ ਵੇਖਣ ਨੂੰ ਮਿਲਿਆ। ਬੇਅਦਬੀ ਦੇ ਕੇਸ, ਨਸ਼ਿਆਂ ਦੇ ਕੇਸ, ਮਜੀਠੀਏ ਦੀਆਂ ਫਾਈਲਾਂ, ਹੋਰ ਪਤਾ ਨਹੀਂ ਕਿਹਦੀਆਂ ਫਾਈਲਾਂ ਦੱਬੀਆਂ ਦੀਆਂ ਦੱਬੀਆਂ ਰਹਿ ਗਈਆਂ। ਕੈਪਟਨ ਅਮਰਿੰਦਰ ਸਿੰਘ ਗੁਟਕਾ ਖਾ ਕੇ ਸਹੁੰ ਖਾਣ ਵਾਲੇ ਜਿਹੜੇ ਸੀ, ਉਹ ਕਹਿਣ ਲੱਗ ਪਏ ਵੀ ਦੇਖੋ ਮੈਂ ਅੰਦਰ ਇਸ ਤਰ੍ਹਾਂ ਕਰਨਾ ਠੀਕ ਨਹੀਂ ਕਿਸੇ ਨੂੰ, ਇਹ ਕਿਹੜਾ ਸਿਸਟਮ ਹੋਵੇਗਾ। ਸਾਰੀ ਗੱਲ ਤੋਂ ਉਹ ਵੀ ਪਾਸਾ ਵੱਟ ਗਿਆ। ਅਖੀਰ ਉਸ ਸਮੇਂ ਤੱਕ ਅਕਾਲੀ ਦਲ ਨੂੰ ਫਿਕਰ ਨਹੀਂ ਪਿਆ ਜਿਸ ਵੇਲੇ ਤੱਕ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨਹੀਂ ਆ ਗਈ। ਹੋ ਸਕਦਾ ਹੈ ਜੋ ਪਿਛਲਾ ਰੁਕ ਰਕਾਨ ਹੈ, ਢੰਗ ਹੈ, ਜੋ ਜਿਸ ਤਰ੍ਹਾਂ ਦਾ ਇਤਿਹਾਸ ਹੈ, ਜੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਗੱਲ ਵੀ ਕਰੀਏ ਕਿ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਆਉਣ ਨਾਲ ਵੀ ਕੋਈ ਅਕਾਲੀ ਦਲ ਨੂੰ ਬਹੁਤਾ ਫਰਕ ਨਹੀਂ ਸੀ ਪੈਣਾ। ਸੱਤਾ ਤੋਂ ਭਾਵੇਂ ਉਹ ਬਾਹਰ ਸਨ, ਪਰ ਸਹੀ ਮਾਇਨਿਆਂ ਦੇ ਵਿੱਚ ਸੱਤਾ ਦੇ ਨਾਲ ਭਾਈਵਾਲੀ ਉਹਨਾਂ ਦੀ ਸੀ, ਤੇ ਉਹ ਬਣੀ ਵੀ ਰਹਿਣੀ ਸੀ ਜੇ ਵਿੱਚ ਨਵਜੋਤ ਸਿੰਘ ਸਿੱਧੂ ਫੈਕਟਰ ਨਾ ਹੁੰਦਾ। ਉਹ ਫੈਕਟਰ ਜਿਹੜਾ ਸੀ ਉਹ ਸਟਰੋਂਗ ਹੋਇਆ, ਸਭ ਕੁਝ ਜਿਹੜਾ ਕਾਇਮ ਹੁੰਦਾ ਗਿਆ, ਤੇ ਅਖੀਰ ਬਿਕਰਮ ਸਿੰਘ ਮਜੀਠੀਏ ਨੇ ਚੋਣ ਤਾਂ ਭਾਵੇਂ ਉਹਨਾਂ ਨੇ ਫਾਈਟ ਕੀਤੀ ਹੈ, ਪਰ ਉਹਨਾਂ ਤੇ ਇੱਕ ਵੱਡਾ ਕੇਸ ਜਿਹੜਾ ਸੀ ਜਾਂਦੇ ਜਾਂਦੇ ਪੈ ਗਿਆ। ਉਹ ਜਿਹੜਾ ਪਹਿਲਾਂ ਹੀ ਪਿਆ ਹੋਇਆ ਕੇਸ ਸੀ, ਜਿਸ ਨੂੰ ਦੱਬ ਕੇ ਬੈਠੇ ਹੋਏ ਸੀ ਕਥਿਤ ਤੌਰ ਤੇ ਕੁਝ ਪੰਜਾਬ ਦੇ ਅਧਿਕਾਰੀ ਤੇ ਸਿਆਸਤਦਾਨ, ਮੁੱਖ ਮੰਤਰੀ ਸਮੇਤ, ਉਹ ਫਿਰ ਦੁਬਾਰਾ ਸੁਰਜੀਤ ਹੋ ਗਿਆ ਤੇ ਫਿਰ ਉਸ ਦੇ ਉੱਪਰ ਕਾਰਵਾਈ ਹੋ ਗਈ। ਹੁਣ ਅਕਾਲੀ ਦਲ ਦੇ ਮੈਂ ਵਰਕਿੰਗ ਤੇ ਗੱਲ ਕਰ ਰਿਹਾ। ਅਕਾਲੀ ਦਲ ਨੂੰ ਪਹਿਲਾ ਝਟਕਾ ਜਿਹੜਾ ਸੀ ਉਦੋਂ ਲੱਗਾ ਜਦੋਂ ਉਹਨਾਂ ਨੂੰ ਇਹ ਸਮਝ ਲੱਗੀ ਕਿ ਨਹੀਂ, ਇਹ ਕੋਈ ਸੀਰੀਅਸ ਮੈਟਰ ਹੈ ਤੇ ਸਾਡੇ ਨਾਲ ਕੁਝ ਹੋ ਰਿਹਾ। 10 ਮਾਰਚ ਨੂੰ ਵੀ ਝਟਕਾ ਲੱਗਾ, ਇਹ ਗੱਲ ਤੁਸੀਂ ਠੀਕ ਆਖੀ ਹੈ, ਪਰ ਉਸ ਤੋਂ ਸਬਕ ਕੀ ਲਿਆ 10 ਮਾਰਚ ਤੋਂ? ਜੇ ਅਸੀਂ ਮੰਨ ਵੀ ਲਈਏ 1 ਮਿੰਟ ਲਈ ਤੇ 10 ਮਾਰਚ ਨੂੰ ਇਹਨਾਂ ਨੇ, ਅਕਾਲੀ ਦਲ ਨੇ ਮੰਨਿਆ ਕਿ ਸਾਡੇ ਨਾਲ ਬਹੁਤ ਬੁਰੀ ਹੋਈ ਹੈ, ਪਰ ਨਹੀਂ, ਉਸ ਵੇਲੇ ਤੱਕ ਵੀ ਕੰਧ ਤੇ ਲਿਖਿਆ ਹੋਇਆ ਸੱਚ ਪੜ੍ਹਨੇ ਲਈ ਇਹ ਪਾਰਟੀ ਤਿਆਰ ਨਹੀਂ ਹੋਈ। ਕਿਉਂ? ਸੰਗਰੂਰ ਦੀ ਲੋਕ ਸਭਾ ਤੁਸੀਂ ਦੇਖ ਲਓ। ਸੰਗਰੂਰ ਦੀ ਲੋਕ ਸਭਾ ਤੋਂ ਪਹਿਲਾਂ ਜਿਹੜੀ ਉਤਪੰਨ ਹੋਈ ਸਥਿਤੀ, ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਆਪ ਹੀ ਚੁੱਕਿਆ, ਆਪ ਹੀ ਕਮੇਟੀ ਬਣਾਈ। ਅੱਜ ਉਹ ਕਮੇਟੀ ਪਤਾ ਨਹੀਂ ਕਿੱਧਰ ਹੈ। ਉਸੇ ਕਮੇਟੀ 'ਚ ਸਿਮਰਨਜੀਤ ਸਿੰਘ ਮਾਨ, ਉਸੇ ਦੇ ਵਿੱਚ ਹੋਰ ਅਹੁਦੇਦਾਰ, ਉਸੇ 'ਚ ਹੀ ਖੁਦ ਨੂੰ ਚੈਲੰਜ ਹੋ ਗਿਆ। ਫਿਰ ਵੀ ਗੱਲ ਸਮਝ ਨਹੀਂ ਆਈ ਵੀ ਕੀ ਹੋ ਰਿਹਾ। ਅਖੀਰ ਬਲਵੰਤ ਸਿੰਘ ਰਾਜੋਆਣਾ ਤੇ ਹਵਾਰਾ ਦੀਆਂ ਜਿਹੜੀਆਂ ਸਿਫਾਰਿਸ਼ਾਂ ਦੀ ਉਹਦੇ ਆਧਾਰ ਤੇ ਵੋਟਿੰਗ ਹੋ ਗਈ, ਤੇ ਰਾਜੋਆਣਾ ਦੀ ਪਹਿਲਾਂ ਵੀ ਕੀਤੀ ਹੋਈ ਅਪੀਲ ਅਕਾਲੀ ਦਲ ਦੇ ਕੰਮ ਨਾ ਆਈ, ਤੇ ਉਹਨਾਂ ਦੀ ਭੈਣ ਜੀ ਨੂੰ ਟਿਕਟ ਦੇ ਦਿੱਤੀ, ਤੇ ਇਧਰੋਂ ਸਿਮਰਨਜੀਤ ਸਿੰਘ ਮਾਨ ਖਲੋ ਗਏ। ਅਕਾਲੀ ਦਲ ਨੂੰ ਫੇਰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਦੇ ਕੁਝ ਸੀਨੀਅਰ ਅਹੁਦੇਦਾਰਾਂ ਤੇ ਸਾਬਕਾ ਸਾਥੀਆਂ ਵੱਲੋਂ, ਜੋ ਇਹਨਾਂ ਦੇ ਬਹੁਤ ਹਿਤੈਸ਼ੀ ਸਨ ਕਿਸੇ ਵਕਤ, ਜੋ ਇਹ ਦੁਹਾਈ ਪਾਉਂਦੇ ਰਹੇ, ਭਾਈ ਅਕਾਲੀ ਦਲ ਨਿਗਾਰ ਵੱਲ ਜਾ ਰਿਹਾ, ਭਾਈ ਅਕਾਲੀ ਦਲ ਖਤਮ ਹੋ ਜਾਣਾ ਹੈ, ਇਹਨੂੰ ਬਚਾਉਣਾ ਹੈ, ਤੇ ਆਹ ਕੰਮ ਕਰ ਲਓ, ਅੱਜ ਵੀ ਇੱਕ ਪਾਸੇ ਹੋ ਜਾਓ, ਇੱਕ ਸੀਟ ਨਾਲ ਕੋਈ ਫਰਕ ਨਹੀਂ ਪੈਣਾ। ਫੇਰ ਵੀ ਤਾਂ 5ਵੇਂ ਨੰਬਰ ਤੇ ਆਏ ਹੋ, ਤੇ ਫੇਰ ਵੀ ਜ਼ਮਾਨਤ ਜ਼ਬਤ ਹੋਈ ਹੈ। ਤੁਸੀਂ ਪਹਿਲਾਂ ਹੀ ਕਿਸੇ ਪਾਸੇ ਲੱਗ ਜਾਂਦੇ ਤੇ ਅੱਜ ਲੋਕਾਂ ਦੇ ਵਿੱਚ ਤੁਹਾਡਾ ਥੋੜਾ ਜਿਹਾ ਵਕਾਰ ਬਣ ਜਾਂਦਾ। ਹਰ ਫੈਸਲਾ ਲੇਟ ਉਹਨੂੰ ਕਰਕੇ ਤੇ ਫੇਰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦਰੁਸਤ ਫੈਸਲੇ ਪਹਿਲਾਂ ਨਹੀਂ ਲਏ ਜਾਂਦੇ। ਅਕਾਲੀ ਦਲ ਦੀ ਇਹ ਸਮੱਸਿਆ ਰਹੀ ਹੈ। ਜ਼ਮਾਨਤਾਂ ਜ਼ਬਤ ਕਰਾਉਣ ਤੋਂ ਬਾਅਦ ਫਿਰ ਥੋੜੀ ਜਿਹੀ ਸੁਰਤ ਆਈ ਜਾਪਦੀ ਹੈ, ਤੇ ਜਿਸ ਤੋਂ ਬਾਅਦ ਇਸ ਕਮੇਟੀ ਦੀ ਗੱਲ ਨਿਕਲ ਕੇ ਸਾਹਮਣੇ ਆਉਣ ਲੱਗੀ ਹੈ, ਤੇ
ਹੁਣ ਜਿਹੜੀ ਸਥਿਤੀ ਪੈਦਾ ਹੋਈ ਹੈ ਇਸ ਮੁਤਾਬਕ ਜੋ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ 40-42 ਸਿਫਾਰਸ਼ਾਂ ਜਿਹੜੀਆਂ ਨੇ ਇਕਬਾਲ ਸਿੰਘ ਝੁੰਦਾ ਕਮੇਟੀ ਨੇ ਉਹ ਦਿੱਤੀਆਂ ਨੇ, ਉਹਨਾਂ ਸਿਫਾਰਸ਼ਾਂ ਦੇ ਵਿੱਚ ਇਹ ਸ਼ਾਮਿਲ ਨਹੀਂ ਹੈ ਕਿ ਪਾਰਟੀ ਦੀ ਲੀਡਰਸ਼ਿਪ ਜਾਂ ਪਾਰਟੀ ਪ੍ਰਧਾਨ ਨੂੰ ਬਦਲਿਆ ਜਾਵੇ। ਸੋ ਸੁਖਬੀਰ ਸਿੰਘ ਬਾਦਲ ਦੀ ਗੱਦੀ ਕਾਇਮ ਦਾਇਮ ਹੈ। ਪ੍ਰਕਾਸ਼ ਸਿੰਘ ਬਾਦਲ ਭਾਵਾਂ ਸਿਆਸਤ ਦੇ ਵਿੱਚ ਉਹ ਉਹਨਾਂ ਦੀ ਹੁਣ ਬਹੁਤੀ ਸ਼ਮੂਲੀਅਤ ਦੀ ਸਾਨੂੰ ਆਸ ਨਹੀਂ, ਕਿਉਂਕਿ ਸਿਆਣੇ ਨੇ, ਬਜ਼ੁਰਗ ਹੋ ਚੁੱਕੇ ਨੇ, ਪਰ ਦੂਸਰੇ ਆਗੂਆਂ ਨੂੰ ਚੁਣੌਤੀ ਦੇਣ ਵਾਲੀ ਕੋਈ ਗੱਲ ਜਾਪਦੀ ਨਹੀਂ। ਬਾਕੀ ਸੁਰਾਂ ਜ਼ਰੂਰ ਉੱਠ ਰਹੀਆਂ ਨੇ। ਬਾਕੀ ਸੁਰਾਂ ਕਿਹੜੀਆਂ ਨੇ? ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਨੇ ਉਹ ਇਸ ਕੋਰ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਜਿਹੜੇ ਹੋਰ ਵੀ ਨਹੀਂ ਆਏ ਉਹ ਵਿੱਚ ਵਿਦੇਸ਼ ਗਏ ਹੋਏ ਸੀ, ਬਾਕੀ ਸਾਰੇ ਸ਼ਾਮਲ ਹੋਏ ਨੇ। ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਸੀ ਉਹ ਸ਼ਾਮਲ ਨਹੀਂ ਹੋਏ। ਉਹਨਾਂ ਨੇ ਇਹ ਗੱਲ ਮੁੱਦਾ ਉਠਾਇਆ ਕਿ ਇਸ ਨੂੰ ਪਹਿਲਾਂ ਜਿਹੜਾ ਸੀ ਉਹ ਸਮੀਖਿਆ ਕਮੇਟੀ ਦੇ ਵਿੱਚ ਲਿਆ ਜਾਣਾ ਚਾਹੀਦਾ ਸੀ ਤੇ ਇਹ ਤੇ ਵਾਜਬ ਨਹੀਂ ਹੈ। ਤੁਸੀਂ ਕੋਰ ਕਮੇਟੀ ਦੇ ਵਿੱਚ ਪਹਿਲਾਂ ਹੀ ਲੈ ਗਏ ਹੋ ਤੇ ਫੈਸਲੇ ਲੈਣ ਦੇ ਸਾਰੇ ਅਧਿਕਾਰ ਜਿਹੜੇ ਨੇ ਉਹ ਮੌਜੂਦਾ ਪ੍ਰਧਾਨ ਨੂੰ ਦੇ ਦਿੱਤੇ ਗਏ ਨੇ। ਇਹ ਗੱਲ ਤੇ ਉਹ ਹੋਈ ਕਿ ਤੁਸੀਂ ਫਿਰ ਲੋਕਤੰਤਰਿਕ ਸਿਸਟਮ ਕਿੱਥੇ ਹੈ ਪਾਰਟੀ ਦੇ ਵਿੱਚ। ਹੁਣ ਗੱਲ ਇਹ ਹੈ ਕਿ ਬਾਕੀ ਸੁਰਾਂ ਹੋਰ ਕਿਹੜੀਆਂ ਨੇ? ਜ਼ਾਹਰਾ ਤੌਰ ਤੇ ਮਨਪ੍ਰੀਤ ਸਿੰਘ ਅਯਾਲੀ ਦਾ ਨਾਮ ਆਵੇਗਾ। ਮਨਪ੍ਰੀਤ ਸਿੰਘ ਅਯਾਲੀ ਉਹਨਾਂ ਚੰਦ ਅਕਾਲੀ ਲੀਡਰਾਂ ਦੇ ਵਿੱਚੋਂ ਨੇ ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਤਕਰੀਬਨ ਬੇਖੌਫ ਹੋ ਕੇ ਘੁੰਮ ਲੈਂਦੇ ਨੇ ਪਿਛਲੇ ਸਾਲਾਂ ਦੇ ਵਿੱਚ। ਉਹ ਜਿੱਥੇ ਸਿੱਖਾਂ ਦੇ ਜਿਹੜੇ ਆਪਣੇ ਅਦਾਰੇ ਨੇ, ਗੁਰਦੁਆਰੇ ਨੇ, ਹੋਰ ਸੰਸਥਾਵਾਂ ਨੇ, ਉਹਨਾਂ ਦੇ ਵਿੱਚ ਆਮ ਤੌਰ ਤੇ ਜਾ ਕੇ ਆਉਂਦੇ ਨੇ, ਮਿਲ ਕੇ ਆਉਂਦੇ ਨੇ, ਵਿਚਾਰ ਕਰਦੇ ਨੇ, ਇੰਟਰਵਿਊਜ਼ ਦਿੰਦੇ ਨੇ। ਭਾਵੇਂ ਕੋਈ ਤਿੱਖਾ ਸਵਾਲ ਕਰੇ, ਜਿਵੇਂ ਵੀ ਕਰੇ, ਪਰ ਫਿਰ ਵੀ ਆਪਣੀ ਗੱਲ ਕਰਨ ਦਾ ਹੌਸਲਾ ਰੱਖਦੇ ਨੇ। ਇਟ ਮੀਨਸ ਇੱਕ ਚੰਗਿਆੜੀ ਉਹਨਾਂ ਦੇ ਅੰਦਰ ਹੈ ਕਿ ਮਾੜੀ ਮੋਟੀ ਆਲੋਚਨਾ ਵੀ ਸੁਣ ਸਕਦੇ ਨੇ। ਤੇ ਦੇਖੋ ਉਹਨਾਂ ਨੇ ਜੇ ਕੋਈ ਗੱਲ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ, ਉਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ। ਪਰ ਉਲਟਾ ਉਹਨਾਂ ਤੇ ਹੀ ਅੱਜ ਜਿਹੜਾ ਸੀ ਉਹ ਸ਼ਿਕੰਜਾ ਕੱਸਿਆ ਗਿਆ। ਬਲਵਿੰਦਰ ਸਿੰਘ ਭੂੰਦੜ ਜਿਨ੍ਹਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ, ਇਕਬਾਲ ਸਿੰਘ ਝੁੰਦਾ ਵੀ ਹਾਜ਼ਰ ਸੀ, ਬਿਰਸਾ ਸਿੰਘ ਬਲਟੋਆ ਵੀ, ਤੇ ਫਿਰ ਉਹੀ ਰਾਗ ਕਿ ਸਾਡੀ ਪਾਰਟੀ ਪ੍ਰਧਾਨ ਬਦਲਣ ਦਾ ਸਾਡਾ ਕੋਈ ਵਿਚਾਰ ਨਹੀਂ। ਫਿਰ 42 ਸਿਫਾਰਸ਼ਾਂ ਕਿਹੜੀਆਂ ਨੇ? ਅਸੀਂ ਰਸਤੇ ਤੋਂ ਭਟਕ ਗਏ ਹਾਂ, ਅਸੀਂ ਗਲਤੀਆਂ ਕਰ ਰਹੇ ਹਾਂ। ਫਿਰ ਮੈਂ ਸਮਝਦਾ ਕਿ ਜੇ 42 ਸਿਫਾਰਸ਼ਾਂ ਦੇ ਵਿੱਚ ਜੇ ਉਹ ਵੀ ਲਿਖਿਆ ਹੋਵੇਗਾ ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ, ਉਸ ਦੇ ਵਿੱਚ ਇੱਕ ਹੋਰ ਸ਼ਰਤ ਵੀ ਇਹ ਜੋੜ ਲੈਣ ਕਿ ਅਸੀਂ 6 ਮਹੀਨੇ ਵਾਸਤੇ ਪੰਜਾਬ ਦੇ ਮਸਲਿਆਂ ਵਿੱਚ ਬੋਲਣਾ ਨਹੀਂ, ਚੁੱਪ ਰਹਿਣਾ ਹੈ। ਕਿਉਂਕਿ ਜਿਹੜਾ ਵੀ ਕੰਮ ਅਸੀਂ ਕਰਦੇ ਹਾਂ ਉਹ ਸਾਨੂੰ ਪੁੱਠਾ ਪੈ ਜਾਂਦਾ। ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਿਹੜਾ ਮੁੱਦਾ ਉਠਾਉਣਾ ਹੈ। ਤੇ ਲੋਕ ਜਦੋਂ ਕਹਿੰਦੇ ਨੇ ਕਿ ਤੁਸੀਂ ਆਹ ਮੁੱਦਾ ਅੱਜ ਉਠਾ ਰਹੇ ਹੋ ਤੇ ਤੁਸੀਂ ਪਿਛਲੇ 5 ਸਾਲ ਤੁਸੀਂ ਪਿਛਲੇ ਕੀ ਕੀਤਾ, ਤੁਸੀਂ ਪਿਛਲੇ ਫਲਾਨੀ ਜਗ੍ਹਾ ਤੇ ਤੁਸੀਂ ਇਸ ਮੁੱਦੇ ਬਾਰੇ ਆਹ ਬੋਲਦੇ ਸੀ। ਹੁਣ ਜਦੋਂ ਇੱਕ ਪਾਸਾ ਕੋਈ ਠੀਕ ਹੁੰਦਾ ਤੇ ਦੂਸਰੀ ਗਲਤੀ ਤੁਸੀਂ ਫਿਰ ਕਰ ਬੈਠਦੇ ਹੋ। ਰਾਸ਼ਟਰਪਤੀ ਦੀ ਚੋਣ ਦੇ ਵਿੱਚ ਮਨਪ੍ਰੀਤ ਸਿੰਘ ਅਯਾਲੀ ਨੇ ਜੋ ਸਟੈਂਡ ਲਿਆ, ਉਸ ਦੇ ਬਾਰੇ ਬਲਵਿੰਦਰ ਸਿੰਘ ਭੂੰਦੜ ਕਹਿੰਦੇ ਨੇ ਕਿ ਇਹ ਵੋਟ ਨਾ ਪਾਉਣਾ ਤੇ ਮਸਲੇ ਦਾ ਹੱਲ ਨਹੀਂ, ਤਾਂ ਗੱਲਬਾਤ ਰਾਹੀਂ ਮਸਲੇ ਦਾ ਹੱਲ ਹੋਣਾ ਚਾਹੀਦਾ। ਤੇ ਤੁਸੀਂ ਜਿਹੜੀ ਇਸ ਤਰ੍ਹਾਂ ਵਿਰੋਧਤਾ ਕਿਉਂ ਕੀਤੀ? ਫਿਰ ਗੱਲ ਤੇ ਉਹੀ ਹੈ ਨਾ ਕਿ ਜਿਸ ਦਿਨ ਤੁਸੀਂ ਅਕਾਲੀ ਦਲ ਨੇ ਸਭ ਤੋਂ ਵੱਡਾ ਜਿਹੜਾ ਬਲੰਡਰ ਮੈਂ ਕਹਿ ਸਕਦਾ ਕੀਤਾ ਉਹ ਇਹੋ ਕਿ ਕਿਸਾਨੀ ਬਿੱਲਾਂ ਦਾ ਸਮਰਥਨ ਦੇ ਕੇ ਉਹਨਾਂ ਨੂੰ ਪਾਸ ਕਰਾਉਣ ਦੇ ਵਿੱਚ ਮਦਦ ਕੀਤੀ, ਸਿਰਫ ਇਸ ਕਰਕੇ ਕਿ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੀ ਸੀ ਉਹ ਕੇਂਦਰ ਦੇ ਵਿੱਚ ਮੰਤਰੀ ਸੀ। ਜੀ। ਫਿਰ ਫਿਰ ਪ੍ਰਕਾਸ਼ ਸਿੰਘ ਬਾਦਲ ਇੱਕ ਵੀਡੀਓ ਪਾ ਕੇ ਉਸ ਨੂੰ ਜਾਇਜ਼ ਕਹਿੰਦੇ ਨੇ। ਹੁਣ ਹਾਲਾਤ ਇਹ ਬਣ ਗਏ ਨੇ ਕਿ ਅਕਾਲੀ ਦਲ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਨੂੰ ਮੁੱਦਾ ਕਿਹੜਾ ਉਠਾਉਣਾ ਚਾਹੀਦਾ। ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸੁਖਬੀਰ ਕਰਦੇ ਕਰਦੇ ਗਾਣਾ ਗਾ ਬੈਠੇ, ਉਸ ਗਾਣੇ ਤੇ ਮੀਮਸ ਬਣ ਗਏ, ਮਜ਼ਾਕ ਦੇ ਪਾਤਰ ਬਣ ਗਏ। ਉਹ ਰਿਹਾਈ ਦਾ ਮੁੱਦਾ ਜਿਹੜਾ ਸੀ, ਸਾਰੇ ਲੋਕ ਇਹ ਕਹਿਣ ਲੱਗ ਪਏ ਕਿ ਤੁਸੀਂ ਭਾਈ ਅੱਜ ਰਿਹਾਈ ਦਾ ਮੁੱਦਾ ਉਠਾ ਰਹੇ ਤੇ ਤੁਸੀਂ ਉਸ ਦਿਨ ਕਿੱਥੇ ਸੋ ਜਿਸ ਦਿਨ ਤੁਹਾਡੀ ਆਪਣੀ ਸਰਕਾਰ ਸੀ, ਕੇਂਦਰ ਦੇ ਵਿੱਚ ਵੀ ਤਾਂ ਇੱਥੇ ਵੀ, ਹਰ ਜਗ੍ਹਾ ਆਪਣੀ ਸੀ। ਪਰ ਤੁਸੀਂ ਬਹੁਤ ਕੁਝ ਕਰ ਸਕਦੇ ਸੀ ਜੋ ਤੁਸੀਂ ਨਹੀਂ ਕੀਤਾ। ਆਪਣੇ ਹੁੰਦਿਆਂ ਹੋਇਆ ਤੁਹਾਡੇ ਚੰਗੇ ਕੰਮਾਂ ਤੇ ਵੀ ਮਿੱਟੀ ਪੈ ਗਈ, ਮਾੜੇ ਕੰਮਾਂ ਬਾਰੇ ਫੈਸਲੇ ਤੁਸੀਂ ਇਹੋ ਜਿਹੇ ਇੰਨੀ ਵਾਰੀ ਲੈ। ਮੋਟੇ ਜਿਹੜੇ ਕੰਮ ਅਕਾਲੀ ਦਲ ਦੇ ਖਿਲਾਫ ਭੁਗਤੇ ਨੇ, ਉਹਨਾਂ ਵਿੱਚ ਬੇਅਦਬੀ ਕਾਂਡ, ਸੌਦਾ ਸਾਧ ਨੂੰ ਮੁਆਫੀ, ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼, ਫਾਰਮ ਬਿੱਲਾਂ ਦਾ ਸਮਰਥਨ ਤੇ ਬਾਅਦ ਵਿੱਚ ਡਰਾਮੇਬਾਜ਼ੀਆਂ ਕਰਨਾ, ਤੇ ਨਸ਼ਿਆਂ ਨੂੰ ਪੰਜਾਬ ਵਿੱਚ ਵਧਾਉਣ ਲਈ ਅਕਾਲੀ ਦਲ ਤੇ ਲੱਗੇ ਹੋਏ ਇਲਜ਼ਾਮਾਂ ਨੂੰ ਵਿੱਚੋਂ ਨਿਕਲਣ ਲਈ ਕਦੇ ਕੋਈ ਸਾਫ਼ ਪਾਕ ਹੋਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਸਿਰਫ ਬਿਆਨਬਾਜ਼ੀ ਕੀਤੀ ਗਈ ਕਿ ਅਸੀਂ ਨਹੀਂ। ਜਦੋਂ ਤੁਹਾਡੇ ਤੇ ਇੰਨੇ ਵੱਡੇ ਇਲਜ਼ਾਮ ਲੱਗਦੇ ਨੇ, ਫਿਰ ਤੁਸੀਂ ਆਪਣੇ ਆਪ ਨੂੰ ਪ੍ਰੂਵ ਕਰਨਾ ਹੁੰਦਾ ਹੈ। ਉਦੋਂ ਗੱਲ ਕਿਸੇ ਦੀ ਸੁਣੀ ਨਹੀਂ। ਫਿਰ ਜਿਹੜੀਆਂ ਭਾਈਵਾਲ ਪਾਰਟੀਆਂ ਜਿਹੜੀਆਂ ਕੋ ਬਣੀਆਂ, ਉਹਨਾਂ ਦੇ ਬਾਰੇ ਤੁਸੀਂ ਅੱਜ ਉਹਨਾਂ ਦੇ ਨਾਲ ਹੋ, ਬੀਜੇਪੀ ਦੇ ਨਾਲ, ਅੱਜ ਕੱਲ ਨੂੰ ਤੁਸੀਂ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਕਰਦੇ ਹੋ, ਫਿਰ ਤੁਸੀਂ ਪੁੱਛਦੇ ਵੀ ਨਹੀਂ ਹੋ ਉਹਨਾਂ ਨੂੰ। ਇਹ ਗੱਲਾਂ ਬਣਦੀਆਂ ਨਹੀਂ ਇਸ ਤਰ੍ਹਾਂ। ਮੈਂ ਸਮਝਦਾ ਕਿ ਅਕਾਲੀ ਦਲ ਨੇ ਬਲੰਡਰ ਬਹੁਤ ਵੱਡੇ ਕੀਤੇ ਨੇ, ਪਰ ਅਜੇ ਉਮੀਦ ਕੋਈ ਨਹੀਂ ਹੈ। ਇਕਬਾਲ ਸਿੰਘ ਝੁੰਦਾ ਕਮੇਟੀ ਦੀ ਰਿਪੋਰਟ ਜਿਹੜੀ ਹੈ ਉਹ 42 ਸਿਫਾਰਸ਼ਾਂ ਕਿਹੜੀਆਂ ਨੇ, ਜਿੰਨੀ ਦੇਰ ਤੱਕ ਸਾਡੇ ਸਾਹਮਣੇ ਆਉਂਦੀਆਂ ਨਹੀਂ, ਜਾਂ ਆਉਂਦੀਆਂ ਵੀ ਨੇ ਕਿ ਨਹੀਂ, ਉਦੋਂ ਤੱਕ ਅਸੀਂ ਕੁਝ ਨਹੀਂ ਕਹਿ ਸਕਦੇ। ਤੇ ਜੇ ਪ੍ਰਧਾਨ ਸਾਹਿਬ ਕਾਇਮ ਦਾਇਮ ਰਹਿਣਗੇ
ਤੇ ਉਹਨਾਂ 42 ਸਿਫਾਰਿਸ਼ਾਂ ਚੋਂ ਕਿੰਨੀਆਂ ਨੂੰ ਲਾਗੂ ਕਰ ਸਕਣਗੇ ਜਾਂ ਉਹ ਕੀ ਹਨ, ਪਹਿਲਾਂ ਤਾਂ ਇਹ ਪਤਾ ਕਰਨਾ ਜ਼ਰੂਰੀ ਹੈ। ਜੇ ਉਹਨਾਂ ਨੂੰ ਲਾਗੂ ਨਹੀਂ ਕਰ ਸਕਦੇ, ਫਿਰ ਕੋਈ ਫਾਇਦਾ ਨਹੀਂ ਹੈ। ਅਕਾਲੀ ਦਲ ਦੀ ਹਾਲਾਤ ਇਵੇਂ ਦੀ ਇਵੇਂ ਬਣੀ ਰਹੇਗੀ। ਅਕਾਲੀ ਦਲ ਨੂੰ ਅੱਜ ਤੱਕ ਮੁੱਦਿਆਂ ਦੀ ਸਮਝ ਨਹੀਂ ਆ ਰਹੀ ਹੈ। ਉਹ ਜਿਹੜਾ 10-15 ਸਾਲ ਰਾਜ ਕਰ ਲਿਆ ਪਿਛਲੇ ਸਾਲਾਂ ਦੇ ਵਿੱਚ, ਉਸ ਦੇ ਵਿੱਚ ਜਿਸ ਤਰ੍ਹਾਂ ਦਾ ਇੱਕ ਇੱਕ ਜ਼ੋਰ ਜਿਹੜਾ ਹੈ, ਇਹਨਾਂ ਨੇ ਇੱਕ ਸੱਤਾ ਦਾ ਜਿਹੜਾ ਇੱਕ ਮੈਂ ਸਮਝਦਾ ਹੁਕਮ ਇਹਨਾਂ ਨੇ ਚਲਾ ਕੇ ਕਿ ਉਹ ਜੋ ਆਨੰਦ ਮਾਣਿਆ ਹੈ, ਉਹ ਸਰੂਰ ਹੁਣ ਉਤਰਿਆ ਜਾਪਦਾ ਹੈ। ਪਰ ਅਜੇ ਉਸ ਤੋਂ ਬਾਅਦ ਜੋ ਇੱਕ ਇੱਕ ਮਾਈਂਡ ਨੂੰ ਸਟੇਬਲ ਕਰਕੇ ਇੱਕ ਅਗਾਂਹ ਵਧਣ ਵਾਲੀ ਸਥਿਤੀ ਹੈ, ਉਹ ਅਜੇ ਵੀ ਨਜ਼ਰ ਆਉਂਦੀ ਜਾਪਦੀ ਨਹੀਂ। ਜੀ, ਅਕਾਲੀ ਦਲ ਖੌਰੇ ਬੋਂਦਲ ਗਿਆ ਆ। ਪੰਜਾਬ ਦੇ ਲੋਕਾਂ ਨੇ ਗੋਡਣੀਆਂ ਤਾਂ ਲਵਾਤੀਆਂ, ਪਰ ਉਹ ਪੈਰਾਂ ਤੇ ਖੜੇ ਹੋਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ। ਅਸੀਂ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰੱਖਾਂਗੇ। ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੈ, ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿੱਚ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਤੁਸੀਂ ਬੰਦੀ ਸਿੰਘਾਂ ਦੀ ਗੱਲ ਕੀਤੀ, ਪਰ ਬੰਦੀ ਸਿੰਘਾਂ ਦੀ ਗੱਲ ਤਾਂ ਇੱਕ ਬੰਦਾ ਹੋਰ ਵੀ ਕਰਦਾ ਸੀ। ਸੰਗਰੂਰ ਤੋਂ ਸੰਸਦ ਬਣੇ ਸਿਮਰਨਜੀਤ ਸਿੰਘ ਮਾਨ ਨੇ ਬਹੁਤ ਗੱਲ ਕੀਤੀ ਬੰਦੀ ਸਿੰਘਾਂ ਦੀ, ਪਰ ਜਦੋਂ ਜਿੱਤ ਗਏ, ਜਦੋਂ MP ਬਣ ਗਏ, ਤੇ ਉਹਨਾਂ ਨੂੰ ਭੁੱਲ ਗਿਆ ਵੀ ਇਹ ਮੁੱਦਾ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਬਣਾਇਆ ਸੀ। ਫਿਰ ਸ਼ੁਰੂ ਹੋ ਗਏ ਵੀ ਭਗਤ ਸਿੰਘ ਜਿਹੜਾ ਉਹ ਅੱਤਵਾਦੀ ਹੈ। ਫਿਰ ਕਹਿੰਦੇ ਕਿ ਸੁਪਰੀਮ ਕੋਰਟ ਦੇ ਵਿੱਚ ਜੱਜ ਜਿਹੜੇ ਨੇ ਉਹ ਸਿੱਖ ਹੋਣੇ ਚਾਹੀਦੇ ਆ। ਕੀ ਗੱਲ ਇਹ ਉਹਨਾਂ ਮੁੱਦਿਆਂ ਨੂੰ ਭੁੱਲ ਗਏ ਨੇ? ਸਿਮਰਨਜੀਤ ਸਿੰਘ ਮਾਨ ਇੱਕ ਵੇਲੇ ਤਾਂ ਇਸ ਤਰ੍ਹਾਂ ਦਾ ਮੁੱਦਾ ਉਠਾਉਂਦੇ ਨੇ, ਇੰਨੇ ਇੰਟੈਲੈਕਚੁਅਲ ਲੱਗਦੇ ਨੇ ਇੱਕ ਪੁਆਇੰਟ 'ਤੇ, ਵੀ ਜਿਵੇਂ ਕੋਈ ਅੰਤਰਰਾਸ਼ਟਰੀ ਪੱਧਰ ਦਾ ਵਿਅਕਤੀ ਕੋਈ UNO ਦੇ ਵਿੱਚ ਭੇਜਣ ਦੇ ਲਾਇਕ ਕੋਈ ਹੋਵੇ ਤੇ ਉਹ ਇਸ ਤਰ੍ਹਾਂ ਦੇ ਮੁੱਦੇ ਉਠਾ ਰਿਹਾ ਜਿਨ੍ਹਾਂ ਜੋ ਪਹਿਲਾਂ ਟੱਚ ਨਹੀਂ ਕੀਤੇ ਗਏ। ਫਿਰ ਉਹ ਵਿੱਚ ਵਿਚਾਲੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਜਿਨ੍ਹਾਂ 'ਤੇ ਆਮ ਵਿਅਕਤੀਆਂ ਨੂੰ ਹੈਰਾਨੀ ਹੁੰਦੀ ਹੈ। ਪਤਾ ਨਹੀਂ ਉਹਨਾਂ ਦੇ ਵਿੱਚ ਕੋਈ ਮੈਂ ਗਲਤ ਸਾਬਤ ਹੋ ਜਾਵਾਂ ਤੇ ਇੰਨੀ ਡੂੰਘੀ ਰਮਜ ਉਹਨਾਂ ਗੱਲਾਂ ਦੇ ਵਿੱਚ ਹੋਵੇ ਜਿਹੜੀ ਸਾਨੂੰ ਸਮਝ ਨਾ ਆਉਂਦੀ ਹੋਵੇ। ਹਾਂ, ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੇ ਪਿੱਛੇ ਜੋ ਉਹ ਕਹਿਣਾ ਚਾਹੁੰਦੇ ਨੇ ਉਹ ਬਿਲਕੁਲ ਸਾਫ਼ ਤੇ ਸਪਸ਼ਟ ਨਜ਼ਰ ਆਉਂਦਾ। ਉਹਦੇ ਬਾਰੇ ਫੇਰ ਕਿਤੇ ਵਿਚਾਰ ਕਰਾਂਗੇ, ਪਰ ਮੋਟਾ-ਮੋਟਾ ਮੈਂ ਦੱਸ ਦੇਵਾਂ ਕਿ ਉਹ ਜੋ ਇੱਕ ਇਸ ਤਰ੍ਹਾਂ ਦਾ ਸਰਕਾਰਾਂ ਦੇ ਖਿਲਾਫ ਸੰਘਰਸ਼ ਕਰਨ ਵਾਲੇ ਲੋਕ ਹੁੰਦੇ ਨੇ, ਜਿੱਥੇ ਕਿਤੇ ਵੀ ਹੁੰਦੇ ਨੇ, ਉਹਨਾਂ ਨੂੰ ਜਾਇਜ਼ ਠਹਿਰਾਉਣ ਹਿੱਤ ਉਹ ਕਹਿੰਦੇ ਨੇ ਕਿ ਜਦੋਂ ਲੋਕੀ ਮੈਨੂੰ ਇਹ ਕਹਿਣ ਕਿ ਭਗਤ ਸਿੰਘ ਦੇਸ਼ ਭਗਤ ਸੀ ਕਿਉਂਕਿ ਉਸਨੇ ਦੇਸ਼ ਦੇ ਹਿੱਤ ਦੇ ਵਿੱਚ ਲੜਾਈ ਲੜੀ, ਕੌਮ ਦੇ ਵਾਸਤੇ ਉਹਨੇ ਜਾਨ ਵਾਰ ਦਿੱਤੀ, ਤੇ ਫਿਰ ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਪੁੱਛਾਂਗਾ ਕਿ ਭਾਈ ਜਿਨ੍ਹਾਂ ਦੇ ਨਾਮ ਮੈਂ ਲੈ ਰਿਹਾ ਤੇ ਉਹ ਫਿਰ ਦੇਸ਼ ਭਗਤ ਨਾ ਹੋਏ, ਉਹ ਅੱਤਵਾਦੀ ਕਿਵੇਂ ਹੋਏ? ਤੁਸੀਂ ਉਹਨਾਂ ਨੂੰ ਅੱਤਵਾਦੀ ਕਿਉਂ ਕਹਿੰਦੇ ਆ? ਸਿਸਟਮ ਦੇ ਖਿਲਾਫ ਲੜਨ ਵਾਲੇ ਲੋਕ, ਸਟੇਟ ਦੇ ਖਿਲਾਫ ਲੜਨ ਵਾਲੇ ਲੋਕ। ਉਸਨੇ ਭਗਤ ਸਿੰਘ ਦੇ ਬਾਰੇ ਪਰ ਇੱਥੇ ਤੱਕ ਜੇ ਉਹ ਸੋਚ ਰੱਖਦੇ ਨੇ ਉਹ ਆਪਣੇ ਤੌਰ ਤੇ ਠੀਕ ਹੋ ਸਕਦੇ ਨੇ, ਪਰ ਕਿ ਭਗਤ ਸਿੰਘ ਜੇ ਸ਼ਹੀਦ ਹੈ ਤਾਂ ਫਿਰ ਬਾਕੀ ਵੀ ਜਿਹੜੇ ਨੇ ਉਹ ਅੱਤਵਾਦੀ ਨਹੀਂ ਨੇ। ਪਰ ਦੂਸਰੇ ਪਾਸੇ ਅਸੀਂ ਇਹਨੂੰ ਕਹੀਏ ਕਿ ਉਸਨੇ ਇੱਕ ਇਨੋਸੈਂਟ ਹੌਲਦਾਰ ਨੂੰ ਮਾਰ ਦਿੱਤਾ, ਮਾਰਨਾ ਸਕਾਟ ਨੂੰ ਸੀ ਤੇ ਮਾਰ ਸੈਂਡਰਸ ਨੂੰ ਦਿੱਤਾ, ਅਸੈਂਬਲੀ ਦੇ ਵਿੱਚ ਬੰਬ ਸੁੱਟ ਦਿੱਤਾ। ਭਾਈ, ਅੱਤਵਾਦੀ ਫੋਕੇ ਬੰਬ ਨਹੀਂ ਸੁੱਟਿਆ ਕਰਦੇ, ਸੰਕੇਤਕ ਬੰਬ ਨਹੀਂ ਸੁੱਟਿਆ ਕਰਦੇ। ਉਹ ਸੰਕੇਤਕ ਬੰਬ ਸੀ, ਕਿਸੇ ਨਾਲ ਜਾਨ ਨਹੀਂ ਗਈ, ਧੂੰਆਂ ਫੈਲਿਆ, ਹਫੜਾ ਦਫੜੀ ਫੈਲੀ ਹੈ, ਪਰਚੇ ਸੁੱਟੇ ਨੇ ਉੱਥੇ ਕਿ ਆਹ ਦੇਖੋ ਸਾਡੀਆਂ ਆਹ ਮੰਗਾਂ ਨੇ, ਤੁਸੀਂ ਆ ਜਿਹੜੀਆਂ ਗੱਲਾਂ ਨੇ ਇਹਨਾਂ ਤੇ ਸਰਕਾਰ ਜਵਾਬ ਦੇਵੇ। ਉਹ ਪਾਰਲੀਮੈਂਟ ਦੇ ਹਾਲ ਦੇ ਵਿੱਚ ਉੱਥੇ ਖੜੇ ਕੋਈ ਗ੍ਰਿਫਤਾਰੀ ਦਿੰਦੇ ਨੇ। ਉਹ ਵਾਂਟਡ ਵਿਅਕਤੀ ਨੇ, ਉਹਨਾਂ ਨੂੰ ਪਤਾ ਹੈ ਕਿ ਉਹ ਲਾਹੌਰ ਕੇਸ ਦੇ ਵਿੱਚ ਮੈਨੂੰ ਸਜ਼ਾ ਹੋਣੀ ਹੈ ਤੇ ਉਹ ਉੱਥੇ ਖੜੇ ਹੋ ਕੇ ਗ੍ਰਿਫਤਾਰੀ ਦੇ ਰਹੇ ਨੇ ਸਾਥੀਆਂ ਸਮੇਤ, ਆਪਣੀ ਫਾਂਸੀ ਦੀ ਅਪੀਲ ਵੀ ਨਹੀਂ ਕਰਦੇ। ਤੁਸੀਂ ਉਹਨੂੰ ਅੱਤਵਾਦੀ ਗਰਦਾਨ ਰਹੇ। ਖੈਰ, ਬਹੁਤ ਗੱਲਾਂ ਬਾਤਾਂ ਇਸ ਮੁੱਦੇ ਤੇ ਹੋ ਰਹੀਆਂ ਨੇ। ਸੋਸ਼ਲ ਮੀਡੀਆ ਤੇ ਇੱਕ ਡਿਬੇਟ ਜਿਹੜੀ ਚੱਲ ਪਈ ਆ ਭਗਤ ਸਿੰਘ ਦੇ ਪਰਿਵਾਰ ਨੂੰ ਫਰੋਲਣ ਦੀ। ਉਹ ਆਰੀਆ ਸਮਾਜੀ ਪਰਿਵਾਰ ਸੀ, ਉਹਨਾਂ ਨੇ ਇਸ ਤਰ੍ਹਾਂ ਕੀਤੀ, ਉਹਨਾਂ ਦੇ ਬਾਬੇ ਨੇ ਕੀਤੀ, ਉਹਨਾਂ ਦਾ ਚਾਚਾ ਇਸ ਤਰ੍ਹਾਂ ਸੀ, ਉਹਨਾਂ ਦਾ ਪਿਤਾ ਇਸ ਤਰ੍ਹਾਂ ਸੀ। ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਣ ਲੱਗ ਪਈਆਂ ਜਿਨ੍ਹਾਂ ਗੱਲਾਂ ਦੇ ਬਾਰੇ ਮੈਂ ਸਮਝਦਾ ਗੱਲ ਕਰਨੀ ਬਿਲਕੁਲ ਵੀ ਵਾਜਬ ਨਹੀਂ। ਭਗਤ ਸਿੰਘ ਦੀ ਸ਼ਹੀਦੀ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਪਰ ਸਿਮਰਨਜੀਤ ਸਿੰਘ ਮਾਨ ਦੀ ਅਸੀਂ ਗੱਲ ਕਰਦੇ ਹਾਂ। ਸਿਮਰਨਜੀਤ ਸਿੰਘ ਮਾਨ, ਤੁਹਾਨੂੰ ਯਾਦ ਹੋਵੇਗਾ ਸ਼ਾਇਦ, ਮੇਰਾ ਖਿਆਲ ਹੈ ਉਹਨਾਂ ਨੇ ਬਿਆਨ ਦਿੱਤਾ ਸੀ ਜਦੋਂ ਯੂਕਰੇਨ ਤੇ ਰਸ਼ੀਆ ਦੀ ਲੜਾਈ ਲੱਗੀ ਹੈ ਕਿ ਸਾਡੇ ਨੌਜਵਾਨਾਂ ਨੂੰ ਯੂਕਰੇਨ ਜਾ ਕੇ ਲੜਾਈ ਲੜਨੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਰਕਾਰ ਮੈਨੂੰ ਵੀਜ਼ਾ ਦੇਵੇ, ਮੈਂ ਆਪਣੇ ਪੁੱਤ ਨਾਲ ਜਾਊਂਗਾ ਉੱਥੇ। ਬਿਲਕੁਲ ਬਿਲਕੁਲ, ਇਹ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ। ਹੁਣ ਇੱਕ ਪਾਸੇ ਮੈਂ ਸਮਝ ਨਹੀਂ ਆਉਂਦੀ, ਪਰ ਗੱਲ ਇਹ ਹੈ, ਤੁਸੀਂ ਇੱਕ ਜੋ ਸਮਝ ਆਉਂਦਾ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਦਾ। ਉਹ ਇਹ ਹੈ ਕਿ ਜਿਵੇਂ ਕੋਈ ਫਾਸਟ ਟ੍ਰੈਫਿਕ ਭੱਜੀ ਜਾਂਦੀ ਹੋਵੇ, ਕੋਈ ਕਾਰ ਹੈ, ਕੋਈ ਬਾਈਕ ਹੈ, ਕੋਈ ਹੋਰ ਕਿਸੇ ਚੀਜ਼ ਦੇ ਵਿੱਚ ਹੈ,
ਤੇ ਇੱਕ ਵਿਅਕਤੀ ਗੱਡੇ ਤੇ ਸਵਾਰ ਜਿਹੜਾ ਹੈ ਉਹ ਉਸ ਦੇ ਕੋਲੋਂ ਸਾਰੇ ਲੰਘਦੇ ਜਾਣ ਤੇ ਆਪਣੀ ਮਸਤ ਚਾਲ ਦੇ ਵਿੱਚੋਂ ਅੱਗੇ ਵੱਧਦਾ ਜਾਂਦਾ ਹੈ ਤੇ ਕਿਤੇ ਕਿਤੇ ਇਹ ਵੀ ਕਹਿ ਦਿੰਦਾ ਹੈ, ਭਾਈ ਮੈਂ ਤਾਂ ਪਤਾ ਨਹੀਂ ਮੰਜ਼ਿਲ ਤੇ ਪਹੁੰਚਣਾ ਵੀ ਹੈ ਕਿ ਨਹੀਂ, ਮੈਨੂੰ ਤਾਂ ਪਤਾ ਨਹੀਂ ਮੰਜ਼ਿਲ ਹੈ ਵੀ ਕੀ ਹੈ। ਤੇ ਅਚਾਨਕ ਉਸ ਦੇ ਹੱਥ ਫਰਾਰੀ ਆ ਜਾਵੇ ਸੰਗਰੂਰ ਇਲੈਕਸ਼ਨ ਵਾਲੀ, ਤੇ ਉਹ ਐਮਪੀ ਬਣ ਕੇ ਤੇ ਫਿਰ ਮੁੱਖ ਧਾਰਾ ਦੇ ਵਿੱਚ ਆ ਜਾਵੇ। ਸਿਮਰਨਜੀਤ ਸਿੰਘ ਮਾਨ ਅੱਜ ਤੋਂ 6 ਮਹੀਨੇ ਪਹਿਲਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹਨਾਂ ਦਾ ਕਿਸ ਤਰ੍ਹਾਂ ਦਾ ਯੋਗਦਾਨ ਸੀ ਜਾਂ ਕਿਸ ਤਰ੍ਹਾਂ ਦਾ ਸਥਾਨ ਸੀ ਜਾਂ ਲੋਕ ਉਹਨਾਂ ਨੂੰ ਕਿਸ ਪਰਸੈਂਟੇਜ ਦੇ ਵਿੱਚ ਦੇਖਦੇ ਸੀ, ਇਹ ਗੱਲ ਕੋਈ ਜਾਣਦਾ ਹੈ? ਕਿਸੇ ਨੂੰ ਪਤਾ ਹੈ? ਬਿਲਕੁਲ ਪਤਾ ਹੈ। ਪਤਾ ਹੈ ਇਸ ਗੱਲ ਦਾ ਕਿ ਨਹੀਂ ਸੀ ਇਸ ਗਿਣਤੀ ਦੇ ਵਿੱਚ, ਉਹ ਉੱਪਰਲੇ 4-5 ਪਾਰਟੀਆਂ ਦੇ ਵਿੱਚ ਨਹੀਂ ਸੀ। ਖੁਦ ਇਹ ਗੱਲ ਮੰਨਣ ਲੱਗ ਪਏ ਸੀ ਕਿ ਲੋਕ ਮੈਨੂੰ ਵੋਟ ਨਹੀਂ ਪਾਉਂਦੇ, ਲੋਕਾਂ ਦੇ ਮੁੱਦੇ ਹੋਰ ਨੇ, ਪਾਰਟੀਆਂ ਅੱਗੇ ਆ ਗਈਆਂ ਨੇ। ਪਰ ਬਹੁਤ ਕਿਸਮ ਦੇ ਇਲਜ਼ਾਮ ਸਿਮਰਨਜੀਤ ਸਿੰਘ ਮਾਨ ਤੇ ਲੱਗਣ ਲੱਗੇ ਨੇ, ਜਿਸ ਵਿੱਚ ਪੁਲਿਸ ਮੁਕਾਬਲੇ ਦੇ ਇਲਜ਼ਾਮ ਲੱਗੇ ਨੇ ਉਹਨਾਂ ਤੇ ਕਿ ਉਹਨਾਂ ਨੇ ਆਪਣੇ ਜਦੋਂ ਐਸਐਸਪੀ ਸਨ ਤੇ ਉਹਨਾਂ ਨੇ ਇੱਕ ਝੂਠਾ ਪੁਲਿਸ ਮੁਕਾਬਲਾ ਕੀਤਾ। ਖੈਰ ਉਹਨਾਂ ਨੇ ਜਵਾਬ ਤਾਂ ਨਹੀਂ ਦਿੱਤਾ ਅਜੇ ਤੱਕ, ਪਰ ਜਾਇਜ਼ ਠਹਿਰਾਤਾ ਹੋਵੇ ਕਿਤੇ, ਜਾਂ ਉਦੋਂ ਦੀ ਅਖਬਾਰ ਦੀਆਂ ਕਟਿੰਗ ਸਾਹਮਣੇ ਆ ਰਹੀਆਂ ਨੇ, ਸਾਰੀਆਂ ਗੱਲਾਂ ਹੋ ਰਹੀਆਂ ਨੇ। ਤੇ ਨਾਲ ਦੀ ਨਾਲ ਉਹਨਾਂ ਤੇ ਇਸ ਤਰ੍ਹਾਂ ਦਾ ਇਲਜ਼ਾਮ ਵੀ ਕਿਸੇ ਨੇ ਲਾਇਆ ਕਿ ਉਹਨਾਂ ਨੇ ਪੈਸੇ ਲੈ ਕੇ ਜਿਹੜੇ ਹਨ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਨੂੰ ਪੱਕੇ ਕਰਨ ਵਾਸਤੇ ਚਿੱਠੀਆਂ ਦਿੱਤੀਆਂ ਹੋਈਆਂ ਨੇ। ਇਹ ਗੱਲਾਂ ਸੱਚੀਆਂ ਨੇ ਕਿ ਨਹੀਂ ਸਾਨੂੰ ਨਹੀਂ ਇਸ ਗੱਲ ਦਾ ਪਤਾ, ਇਹ ਖੁਦ ਜਾਣਦੇ ਸਿਮਰਨਜੀਤ ਸਿੰਘ ਮਾਨ ਜਾਂ ਪੈਸੇ ਦੇਣ ਲੈਣ ਵਾਲੇ ਜਾਣਦੇ ਹੋਣਗੇ। ਹੁਣ ਮੁਕਾਬਲੇ ਦੀ ਗੱਲ ਜਿਹੜੀ ਹੈ ਉਸ ਦੇ ਬਾਰੇ ਮੈਂ ਇੱਕ ਤੁਹਾਨੂੰ ਸਿਮਰਨਜੀਤ ਸਿੰਘ ਮਾਨ ਦੀ ਇੱਕ ਗੱਲ ਮੈਂ ਕਰਨੀ ਚਾਹੁੰਦਾ। ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਵਿੱਚ ਜਦੋਂ ਨੈਕਸਲਾਈਟ ਮੂਵਮੈਂਟ ਸਿਖਰਾਂ ਤੇ ਸੀ, ਉਸ ਵੇਲੇ ਬਹੁਤ ਸਾਰੇ ਨੈਕਸਲਾਈਟ ਆਗੂ ਜਿਹੜੇ ਸੀ ਰੂਪੋਸ਼ ਹੋਏ ਬੈਠੇ ਸਨ ਤੇ ਪ੍ਰਕਾਸ਼ ਸਿੰਘ ਬਾਦਲ ਸਰਕਾਰ ਤੇ ਵੀ ਇਲਜ਼ਾਮ ਲੱਗਦਾ ਹੈ ਕਿ ਉਹਨਾਂ ਬਾਗੀ ਆਗੂਆਂ ਨੂੰ ਝੂਠੇ ਮੁਕਾਬਲਿਆਂ ਦੇ ਵਿੱਚ ਮਾਰਨ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦਾ ਵੀ ਹੱਥ ਸੀ। ਉਹ ਜਿਹੜੇ ਬਾਗੀ ਉਦੋਂ ਭੱਜੇ ਫਿਰਦੇ ਸਨ ਸਰਕਾਰ ਤੋਂ, ਪ੍ਰਸ਼ਾਸਨ ਤੋਂ ਜਾਨ ਲੁਕਾਉਂਦੇ, ਉਹਨਾਂ ਦੇ ਬਾਰੇ ਇੱਕ ਮੈਂ ਗੱਲ ਕਰਨੀ ਚਾਹੁੰਦਾ। ਉਹਨਾਂ ਵਿੱਚੋਂ ਇੱਕ ਬਾਗੀ ਜਿਹੜੇ ਨੇ ਉਹ ਪੰਜਾਬ ਦੀ ਇੱਕ ਪ੍ਰਮੁੱਖ ਅਖਬਾਰ ਦੇ ਸੰਪਾਦਕ ਰਹੇ ਨੇ ਬਾਅਦ ਵਿੱਚ। ਉਹ ਉਸ ਵੇਲੇ ਬਾਗੀਆਂ ਦੇ ਵਿੱਚ ਸ਼ਾਮਲ ਸਨ। ਉਹਨਾਂ ਨੂੰ ਲੁਧਿਆਣੇ ਦੇ ਵਿੱਚ ਇੱਕ ਹਵਾਲਾਤ ਦੇ ਵਿੱਚ ਰੱਖ ਲਿਆ ਗਿਆ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਪਰ ਉਹਨਾਂ ਦੀ ਗ੍ਰਿਫਤਾਰੀ ਨਹੀਂ ਪਾਈ ਗਈ। ਭਾਵ ਹੁਣ ਜਿਵੇਂ ਲਾਰੈਂਸ ਬਿਸ਼ਨੋਈ ਦਾ ਮੁੱਦਾ ਹੈ, ਬਾਗੀਆਂ ਦੀ ਗੱਲ ਮੈਂ ਕੰਪੈਰੀਜ਼ਨ ਸਿਰਫ ਤਕਨੀਕੀ ਤੌਰ ਤੇ ਮੈਂ ਕੰਪੈਰੀਜ਼ਨ ਕਰ ਰਿਹਾ। ਲਾਰੈਂਸ ਬਿਸ਼ਨੋਈ ਨੇ ਰੌਲਾ ਪਾ ਲਿਆ ਮੇਰਾ ਝੂਠਾ ਮੁਕਾਬਲਾ ਹੋ ਜਾਏਗਾ, ਜਿੰਨੀ ਦੇਰ ਤੱਕ ਉਹ ਪ੍ਰੋਪਰ ਪੁਲਿਸ ਕਸਟਡੀ ਦੇ ਵਿੱਚ ਹੈ, ਪੁਲਿਸ ਰਿਮਾਂਡ ਤੇ ਹੈ, ਪੁਲਿਸ ਨੂੰ ਉਸਦੀ ਪ੍ਰੋਟੈਕਸ਼ਨ ਕਰਨੀ ਪਏਗੀ। ਜੇ ਉਸਦੀ ਗ੍ਰਿਫਤਾਰੀ ਕਾਗਜ਼ਾਂ ਦੇ ਵਿੱਚ ਹੀ ਕਿਤੇ ਨਹੀਂ ਪਈ ਹੋਈ, ਵੈਸੇ ਹੀ ਫੜਿਆ ਹੋਇਆ ਕਿਤੇ, ਤੇ ਫਿਰ ਪੁਲਿਸ ਕੁਝ ਵੀ ਕਰ ਸਕਦੀ ਹੈ। ਹੁਣ ਇਸੇ ਤਰ੍ਹਾਂ ਉਸ ਬਾਗੀ ਨੂੰ ਫੜਿਆ ਹੋਇਆ ਸੀ ਪੁਲਿਸ ਨੇ, ਤੇ ਸਿਮਰਨਜੀਤ ਸਿੰਘ ਮਾਨ ਨੂੰ ਪਤਾ ਲੱਗਦਾ ਹੈ ਕਿ ਇੰਟੈਲੈਕਚੁਅਲ ਮੁੰਡਾ ਹੈ, ਚੰਗਾ ਹੈ, ਤੇ ਉਸ ਨੂੰ ਫਲਾਣੇ ਹਵਾਲਾਤ ਦੇ ਵਿੱਚ ਰੱਖਿਆ ਗਿਆ। ਇਹ ਉੱਥੇ ਜਾਂਦੇ ਨੇ ਅਫਸਰ ਦੇ ਵਜੋਂ ਤੇ ਰਜਿਸਟਰ ਚੁੱਕਦੇ ਨੇ ਤੇ ਗ੍ਰਿਫਤਾਰੀ ਉਸਦੀ ਲਿਖ ਦਿੰਦੇ ਨੇ ਕਿ ਗ੍ਰਿਫਤਾਰੀ ਪਾ ਦਿਓ। ਹੁਣ ਪਤਾ ਸੀ ਕਿ ਜਿਸ ਅਫਸਰ ਨੇ ਉਸਨੂੰ ਫੜਿਆ ਹੋਇਆ ਉਸਨੇ ਛੱਡਣਾ ਨਹੀਂ ਹੈ, ਉਸਨੇ ਉਸ ਰਾਤ ਜਾਂ ਉਸ ਤੋਂ ਅਗਲੇ ਦਿਨ ਉਸਦਾ ਮੁਕਾਬਲਾ ਬਣਾ ਦੇਣਾ, ਮਾਰ ਦੇਣਾ। ਸਿਮਰਨਜੀਤ ਸਿੰਘ ਮਾਨ ਉਸ ਵੇਲੇ ਦੇ ਮੌਕੇ ਦੇ ਪੁਲਿਸ ਅਫਸਰ ਨੇ ਉਸ ਨੌਜਵਾਨ ਦੀ ਗ੍ਰਿਫਤਾਰੀ ਪਾ ਦਿੱਤੀ ਤੇ ਉਸ ਨੂੰ ਫਿਰ ਗ੍ਰਿਫਤਾਰ ਦੇ ਮੁਲਜ਼ਮਾਂ ਦੀ ਸੂਚੀ ਦੇ ਵਿੱਚ ਰੱਖਿਆ ਗਿਆ। ਉਸਦਾ ਮੁਕਾਬਲਾ ਨਹੀਂ ਬਣ ਸਕਿਆ, ਜਾਨ ਬਚ ਗਈ ਉਸਦੀ, ਕ੍ਰੈਡਿਟ ਦਿੰਦੇ ਰਹੇ। ਇਹ ਦੂਸਰਾ ਪੱਖ ਹੈ ਜੋ ਮੈਂ ਖੁਦ ਉਸ ਵਿਅਕਤੀ ਦੇ ਉਸ ਦੀ ਹੱਥ ਲਿਖਤ ਦੇ ਵਿੱਚੋਂ ਜਿਸ ਦੀ ਇੱਕ ਗੱਲ ਹੈ ਪੜਿਆ ਹੋਇਆ। ਚਲੋ ਅੱਗੇ ਚੱਲਦੇ ਹਾਂ। ਸਿਮਰਨਜੀਤ ਸਿੰਘ ਮਾਨ ਦੇ ਬਾਰੇ ਅਸੀਂ ਗੱਲ ਕਰਦੇ ਹਾਂ। ਸਿਮਰਨਜੀਤ ਸਿੰਘ ਮਾਨ ਦੇ ਹੱਥ ਸਡਨਲੀ ਜਿਹੜਾ ਹੈ ਉਹ ਐਮਪੀ ਵਾਲੀ ਕੁਰਸੀ ਆ ਜਾਂਦੀ ਹੈ ਤੇ ਉਸ ਪਾਰਲੀਮੈਂਟ ਦੇ ਵਿੱਚ ਪਹੁੰਚ ਜਾਂਦੇ ਨੇ। ਹੁਣ ਨਾ ਉਹ ਇੱਥੇ ਹੀ ਨਹੀਂ ਰੁਕਦੇ। ਇਮਾਨ ਸਿੰਘ ਮਾਨ ਜੋ ਉਹਨਾਂ ਦੇ ਬੇਟੇ ਨੇ, ਇੰਨੇ ਸਾਲਾਂ ਤੋਂ ਜੋ ਸਿਆਸਤ ਦੇ ਵਿੱਚ ਬਿਲਕੁਲ ਇੱਕ ਪਾਸੇ ਹੋ ਚੁੱਕੇ ਸੀ, ਉਹ ਵੀ ਸਾਹਮਣੇ ਆ ਜਾਂਦੇ ਨੇ। ਐਨ ਉਸੇ ਤਰ੍ਹਾਂ ਜਿਵੇਂ ਸਲਾਹ ਦੇ ਨਾਲ ਪਿਤਾ ਜੀ ਦੇ ਨਾਲ ਉਹਨਾਂ ਨੇ ਕੀਤੀ ਹੋਵੇ ਤੇ ਉਹ ਸ਼ਹੀਦ ਭਗਤ ਸਿੰਘ ਦੀ ਫੋਟੋ ਨੂੰ ਸਿੱਖ ਅਜਾਇਬ ਘਰ ਦੇ ਵਿੱਚੋਂ ਹਟਾਉਣ ਦੀ ਮੰਗ ਕਰਦੇ ਨੇ। ਖੈਰ ਇਹ ਮੁੱਦਾ ਲੰਬਾ ਹੈ, ਪਰ ਸਿਮਰਨਜੀਤ ਸਿੰਘ ਮਾਨ ਨੇ ਜਿਹੜੀ ਗੱਲ ਪਾਰਲੀਮੈਂਟ ਦੇ ਵਿੱਚ ਕੀਤੀ ਹੈ ਉਸ ਤੇ ਥੋੜੀ ਜਿਹੀ ਵਿਚਾਰ ਕੀਤੀ ਜਾ ਸਕਦੀ। ਕੋਈ ਐਕਸਟਰਾਵੇਗੈਂਟ ਗੱਲ ਨਹੀਂ ਹੈ, ਗੱਲ ਉਹਨਾਂ ਨੇ ਕਾਫੀ ਹੱਦ ਤੱਕ ਜਾਇਜ਼ ਕੀਤੀ ਹੈ। ਕੋਟਾ ਸਿਸਟਮ ਇਸ ਤਰ੍ਹਾਂ ਭਾਰਤ ਦੇ ਵਿੱਚ ਰੱਖਿਆ ਜਾਂਦਾ। ਤੁਸੀਂ ਦੇਖੋ ਕਿ ਆਮ ਤੌਰ ਤੇ ਕੋਈ ਵੀ ਮੰਤਰੀ ਮੰਡਲ ਭਾਰਤ ਦੇ ਵਿੱਚ ਬਣੇ, ਸਰਕਾਰ ਬਣੇ, ਤੇ ਫਿਰ ਉਹਦੇ ਵਿੱਚ ਸਿੱਖ ਮੰਤਰੀ ਨੂੰ ਲਿਆ ਜਾਂਦਾ, ਪੰਜਾਬ ਦੀ ਰਿਪਰੈਜ਼ੈਂਟੇਸ਼ਨ ਵੀ ਦਿੱਤੀ ਜਾਂਦੀ, ਕਿਸੇ ਨਾ ਕਿਸੇ ਤਰੀਕੇ ਦਿੱਤੀ ਜਾਂਦੀ ਹੈ। ਹੁਣ ਇਸ ਤਰ੍ਹਾਂ ਸਾਰਿਆਂ ਸਾਰੇ ਜਿਹੜੇ ਹਿੱਸੇ ਨੇ ਭਾਰਤ ਦੇ, ਉਹਨਾਂ ਨੂੰ ਕੋਟਾ ਸਿਸਟਮ ਦੇ ਤਹਿਤ ਰਿਪਰੈਜ਼ੈਂਟੇਸ਼ਨ, ਨੁਮਾਇੰਦਗੀ ਦਿੱਤੀ ਜਾਂਦੀ ਹੈ। ਪਰ ਜਿੱਥੇ ਤੱਕ ਸੁਪਰੀਮ ਕੋਰਟ ਦਾ ਸਵਾਲ ਹੈ, ਹੁਣ ਸੁਪਰੀਮ ਕੋਰਟ ਦੇ ਵਿੱਚ ਜੇ ਕਾਨੂੰਨ ਮੰਤਰੀ ਨੇ ਗੱਲ ਕੀਤੀ ਹੈ ਕਿ ਉਸ ਦੇ ਵਿੱਚ ਝਾਰਖੰਡ ਜਾਂ ਬਿਹਾਰ ਦਾ ਕੋਈ ਜੱਜ ਨਹੀਂ ਹੈ, ਤੇ ਫਿਰ ਸਿਮਰਨਜੀਤ ਸਿੰਘ ਮਾਨ ਦੀ ਗੱਲ ਵੀ ਜਾਇਜ਼ ਹੈ ਕਿ ਕੋਈ ਸਿੱਖ ਜੱਜ ਨਹੀਂ ਹੈ। ਇਸ ਤੇ ਕਿੰਤੂ ਪ੍ਰੰਤੂ ਮੈਂ ਨਹੀਂ ਕਰਾਂਗਾ ਵਿਅਕਤੀਗਤ ਤੌਰ ਤੇ। ਪਰ ਦੂਸਰੇ ਪਾਸੇ ਮੈਂ ਸੋਚਣ ਲਈ ਮਜਬੂਰ ਹੋ ਜਾਂਦਾ ਕਿ ਕੀ ਸਿੱਖ ਵਿਅਕਤੀ ਸਿਖਰ ਤੇ ਬਿਠਾਉਣ ਨਾਲ ਹੀ ਸਾਡੇ ਮਸਲੇ ਹੱਲ ਹੋ ਜਾਣਗੇ ਸਿੱਖਾਂ ਦੇ, ਜਾਂ ਪੰਜਾਬ ਦੇ ਮਸਲੇ ਹੱਲ ਹੋ ਜਾਣਗੇ? ਇਸ ਗੱਲ ਬਾਰੇ
ਮੈਂ ਫੇਰ ਇਸ ਨੂੰ ਇਹ ਬਹਿਸ ਦਾ ਵਿਸ਼ਾ ਹੈ, ਇਸ ਬਾਰੇ ਫੇਰ ਕਿਤੇ ਗੱਲਬਾਤ ਕਰਾਂਗੇ। ਪਰ ਸਿਮਰਨਜੀਤ ਸਿੰਘ ਮਾਨ, ਮੈਂ ਸਮਝਦਾ ਕਿ ਪੰਜਾਬ ਦੇ ਜਿਹੜੇ ਮੁੱਦੇ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ, ਤੇ ਹੋਰ ਜਿਹੜੇ ਸੀ ਪੰਜਾਬ ਦੇ ਮੁੱਦੇ, ਪਾਣੀਆਂ ਦਾ ਮੁੱਦਾ ਹੈ, ਉਹਦੇ ਬਾਰੇ ਗੱਲ ਕਰਨ ਜ਼ਿਆਦਾ ਤੇ ਬਿਹਤਰ ਹੋਵੇਗਾ। ਆਪਣਾ ਕਲੀਅਰ ਕਰਨ ਕਿ ਉਹਨਾਂ ਦਾ ਸਟੈਂਡ ਕੀ ਹੈ। ਹਾਂ, ਸੁਪਰੀਮ ਕੋਰਟ ਦੀ ਗੱਲ ਜਿਹੜੀ ਉਹ ਦੂਸਰੀ ਚੱਲ ਰਹੀ ਸੀ, ਕਾਨੂੰਨ ਮੰਤਰੀ ਨੂੰ ਉਹਨਾਂ ਨੇ ਸਵਾਲ ਪੁੱਛ ਲਿਆ, ਉਹ ਚੰਗੀ ਗੱਲ ਹੈ, ਉਹ ਮਾੜੀ ਨਹੀਂ ਹੈ। ਕੋਈ ਉਹਨਾਂ ਨੇ ਕੋਈ ਕੋਈ ਇਸ ਤਰ੍ਹਾਂ ਸਵਾਲ ਨਹੀਂ ਪੁੱਛਿਆ ਕਿ ਕੋਈ ਇਹੋ ਹੀ ਪੁੱਛਣ ਉੱਥੇ ਗਏ ਹੋਏ ਸੀ, ਗੱਲ ਚੱਲ ਰਹੀ ਸੀ ਤੇ ਉਹਨਾਂ ਨੇ ਪੁੱਛ ਲਿਆ। ਇਹ ਉਹਨਾਂ ਨੇ ਇੱਕ ਪ੍ਰੈਜ਼ੈਂਸ ਆਫ ਮਾਈਂਡ ਦਾ ਸਬੂਤ ਦਿੱਤਾ ਹੈ। ਔਰ ਅੰਗਰੇਜ਼ੀ ਦੇ ਵਿੱਚ ਪੁੱਛਿਆ, ਇਸ ਗੱਲ ਤੇ ਵੀ ਕਿ ਕਿੰਤੂ ਪ੍ਰੰਤੂ ਕਰ ਰਹੇ ਨੇ, ਮੈਂ ਇਸ ਨੂੰ ਕਿੰਤੂ ਪ੍ਰੰਤੂ ਨਹੀਂ ਕਰਦਾ। ਇਹ ਠੀਕ ਆ, ਆਪਣੀ ਬੋਲੀ ਬੋਲਣੀ ਚੰਗੀ ਗੱਲ ਹੈ, ਪਰ ਅਸੀਂ ਉਸ ਉਨੇ ਵਿਕਸਿਤ ਨਹੀਂ ਆ ਬੋਲੀ ਵਜੋਂ। ਤੁਸੀਂ ਇਹ ਗੱਲ ਸਾਨੂੰ ਮੰਨਣੀ ਪਏਗੀ, ਜਿੰਨੀ ਮਿਹਨਤ ਸਾਡੀ ਪੰਜਾਬੀ ਬੋਲੀ ਦੇ ਵਿਕਾਸ ਵਾਸਤੇ ਹੋਣੀ ਚਾਹੀਦੀ ਸੀ, ਉਹ ਨਹੀਂ ਹੈ। ਆਮ ਤੌਰ ਤੇ ਅਸੀਂ ਜਦੋਂ ਕੰਪਿਊਟਰ ਤੇ ਬਰਾਊਜ਼ ਕਰਦੇ ਹਾਂ ਬਹੁਤ ਸਾਰੀਆਂ ਵੈਬਸਾਈਟਸ, ਤੇ ਉੱਥੇ ਤੁਹਾਨੂੰ ਦੁੱਖ ਹੁੰਦਾ ਹੈ ਜਦੋਂ ਕਈ ਵਾਰੀ ਕਈ ਜਗ੍ਹਾ ਤੇ ਪੰਜਾਬੀ ਆ ਜਾਂਦੀ ਹੈ, ਪਰ ਬਹੁਤ ਸਾਰੀ ਜਗ੍ਹਾ ਤੇ ਭਾਰਤ ਦੀਆਂ ਹੋਰ ਸਾਰੀਆਂ ਬੋਲੀਆਂ ਦੀ ਆਪਸ਼ਨ ਆ ਜਾਂਦੀ ਤੇ ਪੰਜਾਬੀ ਉਹਨਾਂ ਵਿੱਚ ਕਈ ਵਾਰੀ ਨਹੀਂ ਹੁੰਦੀ। ਜਹਾਜ਼ ਦੇ ਵਿੱਚ ਵੀ ਬੈਠਦੇ ਆ ਤੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜਾ ਪੰਜਾਬੀ ਉਹ ਉੱਥੇ ਸਕਰੀਨ ਜੋ ਡਿਸਪਲੇ ਹੁੰਦੀ ਹੈ ਉੱਥੇ ਆਪਸ਼ਨ ਵਜੋਂ ਨਹੀਂ ਹੁੰਦੀ। ਕੈਨੇਡਾ ਦੇ ਵਿੱਚ, ਏਅਰ ਕੈਨੇਡਾ ਦੇ ਵਿੱਚ ਹੋਣ ਲੱਗ ਪਈ ਹੈ, ਉੱਥੇ ਪੰਜਾਬੀ ਆਪਸ਼ਨ ਵਜੋਂ ਦਿਖਾਈ ਜਾਂਦੀ ਹੈ। ਇਹ ਗੱਲਾਂ ਜਿਹੜੀਆਂ ਨੇ, ਉਹ ਜੇ ਉਹਨਾਂ ਨੇ ਅੰਗਰੇਜ਼ੀ ਵਿੱਚ ਸਵਾਲ ਪੁੱਛਿਆ ਤੇ ਸੋ ਬੀ ਇਟ, ਕੋਈ ਗੱਲ ਨਹੀਂ, ਸਮਝ ਆ ਗਿਆ ਨਾ ਸਾਰਿਆਂ ਨੂੰ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਤੇ ਸੋ ਉਹ ਮੈਂ ਸਮਝਦਾ ਕਿ ਉਹਨਾਂ ਦਾ ਮੁੱਦਾ ਜਾਇਜ਼ ਹੈ, ਕੰਨਾਂ ਵਿੱਚ ਗੱਲ ਪਾ ਦਿੱਤੀ ਉਹਨਾਂ ਨੇ, ਦੇਖੋ ਇਸ ਤੇ ਕੀ ਹੁੰਦਾ। ਪਰ ਉਹਨਾਂ ਨੇ ਖੈਰ ਉਸ ਮੌਕੇ ਤੇ ਜਵਾਬ ਦਿੱਤਾ ਕਿ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੈ ਕਿ ਕਿਸੇ ਖਾਸ ਵਿਅਕਤੀ ਨੂੰ ਲਿਆਂਦਾ ਜਾਵੇ, ਜੱਜ ਲਿਆਂਦੇ ਜਾ ਰਹੇ ਨੇ। ਅਸਲੀਅਤ ਇਹ ਹੈ ਕਿ ਜੱਜਾਂ ਦੀ ਗਿਣਤੀ ਵੈਸੇ ਹੀ ਬਹੁਤ ਘੱਟ ਹੈ ਅਦਾਲਤਾਂ ਦੇ ਵਿੱਚ। ਪਿਛਲੇ ਕੁਝ ਕੁ ਸਾਲ ਪਹਿਲਾਂ ਇੱਕ ਜੱਜ ਨੇ ਬਹੁਤ ਦੁਖੀ ਹੋ ਕੇ ਰੋ ਕੇ ਗੱਲ ਆਖੀ ਸੀ ਕਿ ਅਸੀਂ ਬਹੁਤ ਦੁਖੀ ਹੋ ਗਏ, ਸਾਡੇ ਹੈਂਡਸ ਬਿਲਕੁਲ ਫੁੱਲ ਨੇ। ਗੱਲ ਸਿਮਰਨਜੀਤ ਸਿੰਘ ਮਾਨ ਦੀ ਹੈ। ਮੈਂ ਸਮਝਦਾ ਕਿ ਜਿੰਨੀ ਕੁ ਗੱਲ ਉਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਕਰ ਲਈ ਹੈ, ਹੋਰ ਇੱਕ ਦੋ ਮੁੱਦਿਆਂ ਤੇ ਜਿਹੜੀ ਉਹਨਾਂ ਨੇ ਗੱਲ ਕਰ ਲਈ ਹੈ, ਇਧਰੋਂ ਜ਼ਿਆਦਾ ਚੁੱਪ ਰਹਿਣ ਬਿਹਤਰ ਹੋਵੇਗਾ। ਤੇ ਪੰਜਾਬ ਦੇ ਮੁੱਦਿਆਂ ਦੀ, ਸਿੱਖਾਂ ਦੇ ਮੁੱਦਿਆਂ ਦੀ ਜੇ ਉਹਨਾਂ ਨੇ ਗੱਲ ਕਰਨੀ ਤੇ ਉਸ ਹਿਸਾਬ ਨਾਲ ਕਰ ਲੈਣ, ਜਿਸ ਤਰ੍ਹਾਂ ਉਹ ਪਹਿਲਾਂ ਕਰਿਆ ਕਰਦੇ ਸੀ। ਕਿ ਜਿਹੜੀ ਉਹਨਾਂ ਨੇ ਗੱਲ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਜਾਂ ਉਹਨਾਂ ਦੇ ਬੇਟੇ ਨੇ ਜਿਹੜੀਆਂ ਹੁਣ ਕੀਤੀਆਂ ਨੇ, ਤੇ ਉਹ ਜੇ ਚੋਣਾਂ ਤੋਂ, ਸੰਗਰੂਰ ਚੋਣਾਂ ਤੋਂ ਪਹਿਲਾਂ ਕਰਦੇ ਤੇ ਫੇਰ ਵੀ ਨਤੀਜੇ ਕੀ ਇਹੋ ਹੁੰਦੇ, ਇਹਦੇ ਗੱਲ ਬਾਰੇ ਮੈਂ ਕੋਈ ਪੱਕਾ ਨਹੀਂ ਕਹਿ ਸਕਦਾ ਜੀ। ਮੁੱਦੇ ਹਲੇ ਸਾਡੇ ਕੋਲ ਹੋਰ ਵੀ ਨੇ, ਪਰ ਇਸ ਵੇਲੇ ਵੇਲਾ ਇੱਕ ਛੋਟੇ ਜਿਹੇ ਵਕਫੇ ਦਾ ਹੋ ਚੁੱਕਾ ਹੈ। ਬਹੁਤ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਕੀ ਚੁੱਕ ਲੈ ਦੂਜੀ ਤਿਆਰ, ਇਹ ਹਾਲ ਹੋਇਆ ਪਿਆ ਇਸ ਵੇਲੇ ਪੰਜਾਬ ਦਾ। ਸਿਮਰਨਜੀਤ ਸਿੰਘ ਮਾਨ ਦੇ ਵਿਵਾਦਤ ਬਿਆਨ ਹਾਲੇ ਥੋੜਾ ਜਿਹਾ ਠੰਡਾ ਨਹੀਂ ਸੀ ਹੋਇਆ ਤੇ ਇੱਕ ਨਵਾਂ ਵਿਵਾਦ ਛਿੜ ਗਿਆ। 10 ਮਹੀਨਿਆਂ ਦੇ ਵਿੱਚ 5 ਏਜੀ ਪੰਜਾਬ ਹੁਣ ਤੱਕ ਬਦਲ ਚੁੱਕਾ ਹੈ। ਨਵਾਂ ਏਜੀ ਲੱਗਿਆ ਵਿਨੋਦ ਕਈ, ਤੇ ਵਿਵਾਦ ਵੀ ਨਾਲ ਹੀ ਜੁੜ ਗਏ ਨੇ। ਵਿਰੋਧੀ ਧਿਰਾਂ ਤੇ ਸੋਸ਼ਲ ਐਕਟਿਵਿਸਟ ਨੇ ਏਡੀ ਲੰਬੀ ਚੌੜੀ ਲਿਸਟ ਕੱਢਤੀ ਹੈ ਵੀ ਜਿਹੜਾ ਵਿਨੋਦ ਕਈ ਹੈ ਇਹ ਤਾਂ ਸਰਕਾਰ ਦੇ ਖਿਲਾਫ ਭੁਗਤਦਾ ਰਿਹਾ। ਕੁਲਦੀਪ ਜੀ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਐਸਜੀਪੀਸੀ ਨੇ ਵੀ ਰਾਜਪਾਲ ਨੂੰ ਮੰਗ ਕੀਤੀ ਸੀ ਵੀ ਇਹ ਨਿਯੁਕਤੀ ਨਹੀਂ ਹੋਣੀ ਚਾਹੀਦੀ, ਤੇ ਭਗਵੰਤ ਮਾਨ ਨੇ ਅੱਜ ਕਿਹਾ ਵੀ ਏਜੀ ਜਿਹੜੇ ਨੇ ਵਿਨੋਦ ਕਈ ਹੋਣਗੇ। ਵਿਨੋਦ ਕਈ ਦੇ ਬਾਰੇ ਮੈਂ ਦੱਸ ਦੇਵਾਂ ਕਿ ਕ੍ਰਿਮੀਨਲ ਲਾਇਰ ਨੇ ਔਰ ਬਹੁਤ ਸੀਨੀਅਰ ਵਕੀਲ ਜਿਹੜੇ ਨੇ। ਅਸੀਂ ਨਾ ਇੱਕ ਦੂਸਰੇ ਨੂੰ ਐਡਜੈਕਟਿਵ ਲਾਉਣ ਲੱਗੇ, ਅਸੀਂ ਦੇਖਦੇ ਨਹੀਂ। ਕਿਸੇ ਨੂੰ ਸੀਨੀਅਰ ਆਗੂ, ਸੀਨੀਅਰ ਪੱਤਰਕਾਰ, ਕੋਈ ਪਤਾ ਨਹੀਂ ਕੀ ਸੀਨੀਅਰ ਅਸੀਂ ਖੁਦ ਹੀ ਲਾ ਦਿੰਦੇ ਹਾਂ। ਪਰ ਅਸਲੀਅਤ ਇਹ ਹੈ ਕਿ ਸੀਨੀਅਰ ਜਿਹੜਾ ਹੈ ਉਹ ਜਦੋਂ ਅਸੀਂ ਵਕੀਲਾਂ ਦੀ ਅਸੀਂ ਗੱਲ ਕਰਦੇ ਹਾਂ ਤੇ ਵਕਾਲਤ ਦੀ ਭਾਸ਼ਾ ਦੇ ਵਿੱਚ ਸੀਨੀਅਰਤਾ ਜਿਹੜੀ ਹੈ ਉਹ ਬਕਾਇਦਾ ਦਿੱਤੀ ਜਾਂਦੀ ਹੈ। ਉਹ ਉਹਨਾਂ ਦੇ ਆਪਣੇ ਵਕੀਲਾਂ ਦੇ ਜਿਹੜੇ ਸਿਸਟਮ ਹੁੰਦਾ ਹੈ, ਬਾਰ ਜਿਹੜੇ ਉਹਨਾਂ ਦੀ ਬਾਰ ਹੁੰਦੀ ਹੈ, ਉਹ ਸਾਰੇ ਜਿਹੜੇ ਹਨ ਇਸ ਗੱਲ ਦਾ ਫੈਸਲਾ ਕਰਦੇ ਨੇ, ਜਾਂ ਅਦਾਲਤਾਂ ਦੇ ਵਿੱਚ ਕੋਈ ਆਪਣਾ ਇੱਕ ਸਿਸਟਮ ਤਰੀਕਾਕਾਰ ਅਪਣਾਇਆ ਜਾਂਦਾ ਜਿਸ ਦੇ ਤਹਿਤ ਇਸ ਤਰ੍ਹਾਂ ਸੀਨੀਅਰ ਵਕੀਲ ਹੋਣ ਦਾ ਖਿਤਾਬ ਜਿਹੜਾ ਉਹ ਮਿਲਦਾ। ਇਹ ਵਿਨੋਦ ਕਈ ਹੁਣਾਂ ਨੂੰ ਮਿਲਿਆ ਹੋਇਆ। ਕ੍ਰਿਮੀਨਲ ਲਾਇਰ ਨੇ, ਬਹੁਤ ਫੇਮਸ ਨੇ। ਉਹਨਾਂ ਦੇ ਪਿਤਾ RS ਕਈ ਵੀ ਜਿਹੜੇ ਸੀ ਉਹ ਬੜੇ ਫੇਮਸ ਵਕੀਲ ਸੀ, ਤੇ ਇਹਨਾਂ ਦਾ ਛੋਟੇ ਭਾਈ ਵੀ ਜਿਹੜੇ ਨੇ ਉਹ ਵੀ ਵਕੀਲ ਨੇ। ਸਾਰਾ ਪਰਿਵਾਰ ਇਸੇ ਪੇਸ਼ੇ ਦੇ ਵਿੱਚ ਹੈ। ਹੁਣ ਵਿਨੋਦ ਕਈ ਨੂੰ ਲਾਉਣ ਦੇ ਪਿੱਛੇ ਪੰਜਾਬ ਸਰਕਾਰ ਦੀ ਕੀ ਰੀਜ਼ਨਿੰਗ ਹੈ, ਇਸ ਦੇ ਬਾਰੇ ਸਰਕਾਰ ਨੇ, ਮੇਰੀ ਜਾਣਕਾਰੀ ਵਿੱਚ ਤੇ ਸਪਲੀਨ ਨਹੀਂ ਹੈ, ਤੁਸੀਂ ਦੱਸ ਦਿਓ ਜੇ ਕੋਈ ਸਰਕਾਰ ਨੇ ਕੋਈ ਇਸ ਦਾ ਸਪਸ਼ਟੀਕਰਨ ਦਿੱਤਾ ਹੋਵੇ ਕਿ ਅਸੀਂ ਉਹਨਾਂ ਨੂੰ ਕਿਉਂ ਲਾਇਆ ਉਹਨਾਂ ਨੇ ਕੋਈ ਗੱਲ ਕੀਤੀ ਸਰ? ਉਹੀ ਗੱਲ ਹੋ ਰਹੀ ਹੈ ਕਿ ਮੈਰਿਟ ਦੇ ਆਧਾਰ ਤੇ ਹੀ ਉਹਨਾਂ ਦੀ ਜਿਹੜੀ ਚੋਣ ਹੋਈ ਹੈ। ਮੈਰਿਟ ਦੇ ਆਧਾਰ ਤੇ ਚੋਣ ਹੋਈ ਹੈ। ਹੁਣ
ਅਸੀਂ ਗੱਲ ਕਰ ਸਕਦੇ ਹਾਂ ਕਿ ਫਲਾਨਾ ਵਿਅਕਤੀ ਦਾ ਵਕੀਲ ਸੀ, ਇਹ ਫਲਾਨੇ ਦਾ ਵਕੀਲ ਸੀ, ਲਿਸਟ ਆ ਗਈ ਹੈ ਸਾਹਮਣੇ। ਜੇ ਅਸੀਂ ਉਹਨਾਂ ਦਾ ਆਪਣਾ ਪ੍ਰੋਫਾਈਲ ਵੀ ਦੇਖਦੇ ਹਾਂ ਵਿਨੋਦ ਕਈ ਦਾ, ਜਿਹੜਾ ਉਹਨਾਂ ਨੇ ਆਪਣਾ ਪੇਸ਼ੇ ਦਾ ਆਪਣੀ ਵੈਬਸਾਈਟ ਜਾਂ ਹੋਰ ਸੋਰਸਿਸ ਤੇ ਦਿੱਤਾ ਹੋਇਆ, ਉਸ ਦੇ ਵਿੱਚ ਉਹ ਖੁਦ ਕਹਿ ਰਹੇ ਨੇ ਕਿ ਮੈਂ ਫਲਾਣੇ ਕੇਸ ਵਿੱਚ ਫਲਾਣੇ ਨੂੰ ਪ੍ਰੈਜ਼ੈਂਟ ਕੀਤਾ, ਜਿਸ ਦੇ ਵਿੱਚ ਸਿਰਸਾ ਸਾਧ ਵੀ ਆਉਂਦਾ ਹੈ, ਜਿਸ ਦੇ ਵਿੱਚ ਸੁਮੇਸ਼ ਸੈਣੀ ਵੀ ਆਉਂਦੇ ਨੇ, ਹੋਰ ਬੜੇ ਫੇਮਸ ਕੇਸ ਜਿਹੜੇ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਸੰਗਤ ਨਾਮ ਆ ਸਿੰਘ ਰਿਹਾ। ਗਿਲਜੀਆਂ ਦੀ ਗ੍ਰਿਫਤਾਰੀ ਤੇ ਜਿਹੜੀ ਰੋਕ ਲੱਗੀ ਹੈ ਉਹਦੇ ਵਿੱਚ ਵੀ ਇਹਨਾਂ ਦਾ ਹੱਥ ਹੈ। ਬੱਗਾ ਦਿੱਲੀ ਬਿਲਕੁਲ ਵਾਲਾ ਬੱਗਾ ਜਿਹੜਾ ਆ ਉਹਦਾ ਕੇਸ ਵੀ ਇਹਨਾਂ ਕੋਲੇ ਸੀਗਾ। ਜੀ 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 ਜੀ। ਹੁਣ ਗੱਲ ਇਹ ਆ ਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਤਾਂ ਹੁਣ ਮੈਂ ਇੱਕ ਖੈਰ ਇਹਦੇ ਨਾਲ ਸੰਬੰਧਿਤ ਹੈ ਜਾਂ ਨਹੀਂ, ਹੁਣ ਅਸੀਂ ਕਿੰਨੇ, ਸਾਡਾ ਜਿਹੜਾ ਭਾਰਤ ਦੇਸ਼ ਹੈ ਇਸ ਦੇ ਵਿੱਚ ਕ੍ਰਿਕਟ ਦੇ ਪ੍ਰੇਮੀਆਂ ਦੀ ਕਮੀ ਤਾਂ ਨਹੀਂ ਹੈ, ਤੁਹਾਨੂੰ ਪਤਾ ਹੈ ਇਸ ਗੱਲ ਦਾ। ਇਸ ਨੂੰ ਫੋਲੋ ਕਰਨ ਵਾਲੇ ਨੇ, ਤੇ ਦੇਸ਼ ਦੇ ਜਦੋਂ ਮੈਚ ਹੁੰਦੇ ਨੇ ਫਿਰ ਬਹੁਤ ਉਸ ਨੂੰ ਬੜੇ ਜੋਸ਼ ਖਰੋਸ਼ ਨਾਲ ਵੇਖਦੇ ਨੇ, ਹਿੱਸਾ ਲੈਂਦੇ ਨੇ, ਪਾਰਟਿਸਿਪੇਟ ਕਰਦੇ ਨੇ ਖਿਡਾਰੀਆਂ ਦੀ ਪਰਸਨਲ ਲਾਈਫ ਦੇ ਬਾਰੇ। ਹੁਣ ਜਿੰਨੇ ਖਿਡਾਰੀ ਭਾਰਤ ਨੂੰ ਰਿਪਰੈਜ਼ੈਂਟ ਕਰ ਚੁੱਕੇ ਨੇ ਅੱਜ ਤੱਕ, ਉਹ ਜਦੋਂ ਕਿਸੇ ਆਸਟ੍ਰੇਲੀਆ ਨਾਲ, ਪਾਕਿਸਤਾਨ ਨਾਲ, ਇੰਗਲੈਂਡ ਨਾਲ, ਨਿਊਜ਼ੀਲੈਂਡ ਨਾਲ ਕਿਸੇ ਨਾਲ ਖੇਡਦੇ ਨੇ, ਫਿਰ ਭਾਵਨਾਵਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ। ਪਰ ਜਦੋਂ ਤੋਂ IPL ਬਣੀ, ਫਿਰ ਪੰਜਾਬ ਦੀ ਟੀਮ ਆ ਗਈ, ਹੈਦਰਾਬਾਦ ਦੀ ਆ ਗਈ, ਮੁੰਬਈ ਦੀ ਆ ਗਈ, ਕਲਕੱਤਾ ਦੀ ਆ ਗਈ, ਦਿੱਲੀ ਦੀ ਆ ਗਈ, ਹੋਰ ਪਤਾ ਨਹੀਂ ਕਿੰਨੀਆਂ ਆ ਗਈਆਂ, ਪੂਨੇ ਆ ਗਈ। ਉਹ ਜਦੋਂ ਉਹ ਆ ਜਾਂਦੀਆਂ ਨੇ, ਫਿਰ ਉਹ ਸਾਰਾ ਮਿਲਕੋ ਜਿਹਾ ਹੋ ਜਾਂਦਾ ਹੈ। ਪੰਜਾਬ ਤੋਂ ਖਿਡਾਰੀ ਜਿਹੜੇ ਨੇ ਪੰਜਾਬ ਦੀ ਟੀਮ ਦੇ ਅਗੇਂਸਟ ਖੇਡ ਰਹੇ ਨੇ। ਗੱਲ ਇਹ ਹੈ ਕਿ ਇੱਕ ਮੌਕੇ ਤੇ ਤੁਹਾਡੀ ਵਫਾਦਾਰੀ ਕਿਹਦੇ ਨਾਲ ਹੈ। ਵਕਾਲਤ ਦਾ ਪ੍ਰੋਫੈਸ਼ਨਲਿਜ਼ਮ ਜਿਹੜਾ ਹੈ ਉਹ ਇਹ ਕਹਿੰਦਾ ਹੈ ਕਿ ਇਹਨਾਂ ਗੱਲਾਂ ਦਾ ਕੋਈ ਮਾਨਾ ਨਹੀਂ ਕਿ ਉਸ ਵਕੀਲ ਨੇ ਪਹਿਲਾਂ ਕਿਹਨੂੰ ਰਿਪਰੈਜ਼ੈਂਟ ਕੀਤਾ ਹੋਇਆ, ਉਸ ਮੌਕੇ ਤੇ ਉਹ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ। ਇਹ ਗੱਲ ਜ਼ਿਆਦਾ ਵਾਜਬ ਤੇ ਇਹ ਸਮਝਣ ਵਾਲੀ ਹੈ। ਕੀ ਉਹ ਵਿਅਕਤੀ ਅਮਾਨਤ ਵਿੱਚ ਖਿਆਨਤ ਕਰੇਗਾ, ਉਧਰਲੇ ਰਾਜ਼ ਜਿਹੜੇ ਨੇ ਉਧਰ ਫਾਸ਼ ਕਰੇਗਾ ਤੇ ਉਧਰਲੇ ਉਧਰ ਕ੍ਰੋਸ ਕਰੇਗਾ? ਵਕਾਲਤ ਦਾ ਪ੍ਰੋਫੈਸ਼ਨਲਿਜ਼ਮ ਇਹ ਨਹੀਂ ਕਹਿੰਦਾ। ਉਹ ਕਹਿੰਦੇ ਨੇ ਕਿ ਇਹਨਾਂ ਗੱਲਾਂ ਦੀ ਕੋਈ ਥਾਂ ਨਹੀਂ ਹੈ। ਜੋ ਅੱਜ ਇਸ ਵਿਅਕਤੀ ਨੂੰ ਰਿਪਰੈਜ਼ੈਂਟ ਕਰ ਰਿਹਾ, ਕੱਲ ਨੂੰ ਦੂਸਰੇ ਪਾਸੇ ਵੀ ਹੋ ਸਕਦਾ ਹੈ। ਇਹ ਸਰਕਾਰ ਦੇ ਜਦੋਂ ਪੱਖ, ਤੁਸੀਂ ਸਰਕਾਰ ਦੇ ਵਿੱਚ ਐਡਵੋਕੇਟ ਜਨਰਲ ਨੂੰ ਵਜੋਂ ਤੁਸੀਂ ਸਰਕਾਰ ਨੂੰ ਰਿਪਰੈਜ਼ੈਂਟ ਕਰਨਾ ਹੈ, ਤੇ ਤੁਹਾਡੀਆਂ ਵਫਾਦਾਰੀਆਂ ਸਰਕਾਰ ਦੇ ਨਾਲ ਹੋਣਗੀਆਂ। ਇਹ ਪ੍ਰੋਫੈਸ਼ਨਲਿਜ਼ਮ ਕਹਿੰਦਾ ਹੈ। ਪਰ ਕੀ ਹਕੀਕਤ ਤੌਰ ਤੇ ਅਜਿਹਾ ਹੋਵੇਗਾ, ਇਹ ਦੱਸੇਗਾ ਸਮਾਂ। ਜੇ ਉਹਨਾਂ ਦਾ ਟਰੈਕ ਰੈਕਡ ਦੇਖੀਏ, ਕੇਸ ਉਹਨਾਂ ਨੇ ਵੱਡੇ ਜਿਹੜੇ ਨੇ, ਜਿਹੜੇ ਉਹਨਾਂ ਨੇ ਸੰਗਤ ਸਿੰਘ ਗਿਲਜੀਆਂ ਦੀ ਜ਼ਮਾਨਤ ਦੀ ਗੱਲ ਲਾ ਲਓ, ਉਦੋਂ ਸਾਰਿਆਂ ਨੂੰ ਲੱਗ ਰਿਹਾ ਸੀ ਵੀ ਕਿਸੇ ਨੂੰ ਜ਼ਮਾਨਤ ਮਿਲੇਗੀ ਨਹੀਂ, ਅਗਾਊਂ ਜ਼ਮਾਨਤ ਇਸ ਤਰ੍ਹਾਂ 2 ਵਾਰੀ ਐਕਸਟੈਂਸ਼ਨ ਜਿਹੜੀ ਉਹਨਾਂ ਨੂੰ ਮਿਲ ਗਈ ਆ। ਹੁਣ ਇਸ ਤਰ੍ਹਾਂ ਹੋਰ ਵੀ ਕੇਸ ਉਹਨਾਂ ਨੇ ਹੱਲ ਕੀਤੇ ਹੋਣਗੇ, ਆਪਣੇ ਪ੍ਰੋਫਾਈਲ ਤੇ ਉਹਨਾਂ ਨੇ ਲਿਖੇ ਹੋਏ ਨੇ ਜੀ। ਹੁਣ ਸੌਦਾ ਸਾਧ ਦੇ ਮਾਮਲੇ ਦੇ ਵਿੱਚ ਉਹ ਕਿੰਨਾ ਕੁ ਕਾਮਯਾਬ ਹੋਏ ਨੇ, ਉਹਨਾਂ ਨੂੰ ਪਤਾ ਹੋਏਗਾ। ਸੁਮੇਸ਼ ਸਿੰਘ ਸੈਣੀ ਦੇ ਮਾਮਲੇ 'ਚ ਉਹ ਕਿੰਨਾ ਕਾਮਯਾਬ ਨੇ, ਉਹਨਾਂ ਨੂੰ ਪਤਾ ਹੋਏਗਾ। ਤੇ ਅੱਜ ਪੰਜਾਬ ਸਰਕਾਰ ਦਾ ਕੇਸ ਕਿਵੇਂ ਰੱਖਣਗੇ, ਉਹ ਵੀ ਉਹਨਾਂ ਨੂੰ ਪਤਾ ਹੋਏਗਾ। ਹੁਣ ਜੇ ਪੰਜਾਬ ਸਰਕਾਰ ਨੇ ਮੈਰਿਟ ਦੇ ਆਧਾਰ ਤੇ ਉਹਨਾਂ ਨੂੰ ਲਾਇਆ, ਯੋਗਤਾ ਦੇ ਆਧਾਰ ਤੇ ਬਾਕੀ ਉਹ ਕਾਬਲ ਨੇ, ਤੇ ਫਿਰ ਪੰਜਾਬ ਦੀ ਟੀਮ ਦੇ ਵਿੱਚ ਜਿਹੜਾ ਉਹ ਇੰਗਲੈਂਡ ਦਾ ਕਪਤਾਨ ਜੇ ਖੇਡ ਰਿਹਾ, ਤੇ ਫਿਰ ਕੋਈ ਮਾੜੀ ਗੱਲ ਨਹੀਂ। ਉਹਦੀ ਵਫਾਦਾਰੀ ਇਸ ਮੌਕੇ ਤੇ ਜਿੰਨੇ ਸਾਲ ਵੀ ਉਹ ਐਡਵੋਕੇਟ ਜਨਰਲ ਵਜੋਂ ਪੰਜਾਬ ਦੇ ਰਹਿਣ, ਜੇ ਪੁਰਾਣਾ ਰਿਕਾਰਡ ਦੇਖ ਲਈਏ, ਫਿਰ ਤੇ ਬਹੁਤ ਮੰਦੀ ਹਾਲਤ ਹੈ ਕਿ ਪਤਾ ਨਹੀਂ ਕਿੰਨੇ ਐਡਵੋਕੇਟ ਜਨਰਲ ਜਿਹੜੇ ਨੇ ਉਹ ਬਦਲੀ ਹੋ ਜਾਣਗੇ। ਅਤੁਲ ਨੰਦੇ ਵਾਲੀ ਤੇ ਗੱਲ ਕੋਈ ਹੈ ਨਹੀਂ, ਕਰਨਾ ਵੀ ਕੁਝ ਨਹੀਂ ਤੇ ਜਵਾਬਦੇਹੀ ਵੀ ਕੁਝ ਨਹੀਂ, ਨਾ ਕਿਸੇ ਨੂੰ ਪੁੱਛਣਾ ਨਾ ਦੱਸਣਾ। ਜਿਹਦੇ ਖਿਲਾਫ ਜੀ ਕੀਤਾ ਫਾਈਲ ਪੇਸ਼ ਕਰ ਦਿੱਤੀ, ਜਿਹਦੇ ਖਿਲਾਫ ਜੀ ਕੀਤਾ ਨਹੀਂ ਕੀਤੀ। ਉਹ ਕੰਮ ਤੇ ਹੋਣਾ ਨਹੀਂ। ਐਡਵੋਕੇਟ ਜਨਰਲ ਤੇ ਦਬਾਅ ਹੈ। ਅਨਮੋਲ ਰਤਨ ਸਿੱਧੂ ਦੇ ਬਾਰੇ ਵੀ ਬਹੁਤ ਸਾਰੀਆਂ ਥਿਊਰੀਜ਼ ਨਿਕਲ ਕੇ ਸਾਹਮਣੇ ਆਈਆਂ। ਲਓ ਜੀ, ਉਹ ਦਿੱਲੀ ਤੋਂ ਟੀਮ ਆਉਣੀ ਚਾਹੁੰਦੀ ਸੀ, ਉਸ ਨੂੰ ਰੋਕਣ ਲਈ ਉਹ ਚਾਹੁੰਦਾ ਸੀ। ਕੋਈ ਇਹੋ ਜਿਹੀ ਗੱਲ ਨਹੀਂ ਹੈ। ਬਿਲਕੁਲ ਇੱਕ ਪਾਰਟੀ ਪੱਧਰ ਤੇ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਇਸ ਮਾਮਲੇ ਤੇ। ਹਾਂ, ਵਿਨੋਦ ਕਈ ਦੀ ਨਿਯੁਕਤੀ ਬਾਰੇ ਸ਼ੰਕੇ ਜ਼ਰੂਰ ਮਨ ਵਿੱਚ ਖੜੇ ਹੁੰਦੇ ਨੇ ਕਿ ਕੀ ਇੰਨੇ ਵੱਡੇ ਪੱਧਰ ਤੇ ਇਹਨਾਂ ਧਿਰਾਂ ਨੂੰ ਰਿਪਰੈਜ਼ੈਂਟ ਕਰਨ ਵਾਲਾ ਬੰਦਾ ਪੰਜਾਬ ਸਰਕਾਰ ਦਾ ਪੱਖ ਸਹੀ ਤਰੀਕੇ ਨਾਲ ਰੱਖ ਸਕੇਗਾ। ਜੇ ਯੋਗਤਾ ਦੇ ਆਧਾਰ ਤੇ ਗੱਲ ਕਰੀਏ, ਯੈਸ ਰੱਖ ਸਕੇਗਾ। ਤੇ ਜੇ ਐਥਿਕਸ ਦੀ ਗੱਲ ਕਰੀਏ, ਤੇ ਫਿਰ ਇਹ ਵਿਨੋਦ ਕਈ ਜਾਣਦੇ ਨੇ ਜਾਂ ਪੰਜਾਬ ਸਰਕਾਰ ਜਾਣਦੀ ਹੈ ਕਿ ਇਸ ਵਿੱਚ ਉਹ ਕੀ ਕਰ ਸਕਣਗੇ। ਜਿਹੜੀ ਹੁਣ ਵਿਰੋਧੀ ਧਿਰਾਂ ਦੀ ਗੱਲ ਕਰਦੇ ਹਾਂ ਸਵਲੀਨ, ਮੈਂ ਸ਼੍ਰੋਮਣੀ ਕਮੇਟੀ ਦੀ ਗੱਲ ਕਰਦਾ, ਅਕਾਲੀ ਦਲ ਦੀ ਗੱਲ ਕਰਦਾ। ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਕੋਈ ਗੱਲ ਹੈ, ਕੋਈ ਫਰਕ ਨਹੀਂ ਹੈ। ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕਿਹਾ ਹੈ ਕਿ ਬਹੁਤ ਸਾਰੇ ਵਿਵਾਦਿਤ ਕੇਸਾਂ ਦੇ ਵਿੱਚ ਉਹਨਾਂ ਦਾ ਨਾਮ ਜੁੜਿਆ ਹੋਇਆ। ਹੁਣ ਵਿਵਾਦਿਤ ਅਸੀਂ ਕਿਸ ਨੂੰ ਆਖਦੇ ਹਾਂ? ਵਿਵਾਦਿਤ ਜੇ ਅਸੀਂ ਗੱਲ ਕਰੀਏ ਤੇ ਤੁਹਾਨੂੰ ਯਾਦ ਹੋਵੇਗਾ ਕਿ ਸਤਵੰਤ ਸਿੰਘ ਤੇ ਕੇਰ ਸਿੰਘ ਦਾ ਕੇਸ ਜਿਹੜਾ ਸੀ, ਉਹ ਰਾਮ ਜੇਠ ਮਲਾਨੀ ਵਕੀਲ ਵਜੋਂ ਉਹਨਾਂ ਨੇ ਫਾਈਟ ਕੀਤਾ ਸੀ ਤੇ ਬਾਅਦ ਵਿੱਚ ਉਹ ਮਿਨਿਸਟਰ ਵੀ ਰਹੇ ਨੇ। ਇੰਦਰਾ ਗਾਂਧੀ ਦੇ ਕਤਲ ਦਾ ਕੇਸ ਸੀ। ਇਸ ਤਰ੍ਹਾਂ ਵਕਾਲਤ ਦੇ ਵਿੱਚ ਇਹਨਾਂ ਗੱਲਾਂ ਦੀ ਕੋਈ ਅਹਿਮੀਅਤ ਨਹੀਂ ਕਿ ਫਲਾਨਾ ਵਿਵਾਦਿਤ ਹੈ ਜਾਂ ਨਹੀਂ ਹੈ। ਆਪਣਾ ਪੱਖ ਰੱਖਣਾ ਹੈ। ਜਿੰਨੀ ਦੇਰ ਤੱਕ ਕਿਸੇ ਨੂੰ ਸਜ਼ਾ ਨਹੀਂ ਹੋ ਜਾਂਦੀ, ਜਦੋਂ ਸਜ਼ਾ ਹੋ ਵੀ ਜਾਵੇ, ਫਰਜ਼ ਕਰੋ ਕਿਸੇ ਮੁਲਜ਼ਮ ਨੂੰ ਕਿਸੇ ਕਿਸ ਦੇ ਵਿੱਚ ਸਜ਼ਾ ਹੋ ਜਾਂਦੀ ਹੈ,
ਉਹ ਸਜ਼ਾ ਮੁਲਜ਼ਮ ਨੂੰ ਹੁੰਦੀ ਹੈ ਕਿ ਵਕੀਲ ਨੂੰ ਹੁੰਦੀ ਹੈ? ਮੁਲਜ਼ਮ ਨੂੰ ਹੁੰਦੀ ਹੈ ਨਾ। ਉਸ ਦਾ ਪੱਖ ਵਕੀਲ ਨੇ ਆਪਣੇ ਤੌਰ ਤੇ ਪੇਸ਼ ਕੀਤਾ, ਨਹੀਂ ਕੀਤਾ, ਚੰਗੀ ਤਰ੍ਹਾਂ ਨਹੀਂ ਕੀਤਾ, ਉਹ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ। ਪਰ ਇਸ ਨੂੰ ਵਿਵਾਦਤ ਆਖ ਦੇਣਾ, ਮੈਂ ਇੱਥੇ ਥੋੜ੍ਹਾ ਜਿਹਾ ਅਕਾਲੀ ਦਲ ਨੂੰ ਮੈਂ ਸਵਾਲ ਪੁੱਛਦਾ ਕਿ ਜੇ ਉਹ ਅੱਜ ਕਹਿ ਰਹੇ ਨੇ ਕਿ ਡੇਰਾ ਸਿਰਸਾ ਮੁਖੀ ਦਾ ਕੇਸ ਵਿਵਾਦਤ ਹੈ ਜਾਂ ਸੁਮੇਧ ਸਿੰਘ ਸੈਣੀ ਦਾ ਵਿਵਾਦਤ ਹੈ, ਤੇ ਇਹਨਾਂ ਦੋਨਾਂ ਲੋਕਾਂ ਨੂੰ ਇੰਪੋਰਟੈਂਸ ਕਿਹਨੇ ਸਭ ਤੋਂ ਵੱਧ ਦਿੱਤੀ ਹੈ? ਡੇਰਾ ਸਿਰਸਾ ਮੁਖੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਕਿਵੇਂ ਦੇ ਦਿੱਤੀ ਗਈ, ਤੇ ਫਿਰ ਰੌਲਾ ਪੈਣ ਤੇ ਵਾਪਸ ਕਿਵੇਂ ਲੈ ਲਈ ਗਈ? ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਤੇ ਇਹ ਦੋਸ਼ ਲੱਗਦਾ ਸੀ ਕਿ ਉੱਥੇ ਡੇਰੇ ਸਿਰਸੇ ਜਾ ਕੇ ਉਹ ਬੈਠਦੇ ਨੇ ਵੋਟਾਂ ਲੈਣ ਖਾਤਰ, ਤੇ ਚੌਂਕੀਆਂ ਭਰੀਆਂ ਜਾਂਦੀਆਂ ਨੇ, ਤੇ ਉਹਨਾਂ ਨੂੰ ਵੱਸ ਵਿੱਚ ਕਰਨ ਵਾਸਤੇ ਬੇਅਦਬੀ ਕੇਸ ਦੀ ਸੁਣਵਾਈ ਚੰਗੀ ਤਰ੍ਹਾਂ ਨਹੀਂ ਕੀਤੀ ਜਾਂਦੀ, ਉਸ ਦੀ ਜਾਂਚ ਚੰਗੀ ਤਰ੍ਹਾਂ ਨਹੀਂ ਕੀਤੀ ਜਾਂਦੀ, ਉਦੋਂ ਗੱਲਾਂ ਕਿੱਥੇ ਸੀ? ਸੁਮੇਧ ਸਿੰਘ ਸੈਣੀ ਜੇ ਵਿਵਾਦਤ ਅੱਜ ਨੇ ਜਾਂ ਉਹਨਾਂ ਤੇ ਕੋਈ ਗੱਲ ਹੈ, ਤੇ ਉਸ ਨੂੰ ਡੀਜੀਪੀ ਕਿਸ ਨੇ ਬਣਾਇਆ ਸੀ? ਇਸ ਤਰ੍ਹਾਂ ਦੇ 50 ਸਵਾਲ ਕੀਤੇ ਜਾ ਸਕਦੇ ਨੇ ਹੋਰ ਵੀ ਜਿਹੜੇ ਨੇ। ਪਰ ਗੱਲ ਇਹ ਹੈ ਕਿ ਅਸੀਂ ਗੱਲ ਕੋਈ ਨਾ ਕੋਈ ਕਰਨੀ ਹੈ। ਅਕਾਲੀ ਦਲ ਨੂੰ ਤੇ ਮੇਰੀ ਇਹ ਪਹਿਲਾਂ ਵਾਲੀ ਸਲਾਹ ਹੈ ਕਿ ਘੱਟੋ ਘੱਟ 6 ਮਹੀਨੇ ਕਿਸੇ ਠੰਡੇ ਥਾਂ ਤੇ ਜਾ ਕੇ ਚੰਗੀ ਤਰ੍ਹਾਂ ਚਿੰਤਨ ਮੰਥਨ ਵਿਚਾਰ ਜਿਹੜਾ ਕੀਤਾ ਜਾਵੇ, ਤੇ ਇਹ ਇੱਕ ਜੇ 42 ਸ਼ਰਤਾਂ ਝੁੰਦਾ ਕਮੇਟੀ ਨੇ ਲਿਖੀਆਂ ਤੇ ਇੱਕ ਹੋਰ ਸ਼ਰਤ ਜੋੜ ਲਈ ਜਾਵੇ ਕਿ ਅਸੀਂ 6 ਮਹੀਨੇ ਸਿਰਫ ਚਿੰਤਨ ਮੰਥਨ ਕਰਨਾ ਹੈ, ਸੋਚਣਾ ਹੈ, ਤੇ ਬਿਆਨ ਦੇਣ ਤੋਂ ਪਹਿਲਾਂ 100 ਵਾਰੀ ਅਸੀਂ ਸੋਚਣਾ ਹੈ, ਤੇ ਨਵੀਂ ਗੱਲ ਅਸੀਂ ਕੋਈ ਨਾ ਕਰੀਏ। ਫਿਰ ਦੇਖੀਏ ਕਿ ਕਿਹੜੇ ਕਿਹੜੇ ਮੁੱਦੇ ਤੇ ਪੰਜਾਬ ਦੇ ਹਨ ਜਿਨ੍ਹਾਂ ਤੇ ਅਸੀਂ ਆਪਣੀ ਪਾਰਟੀ ਨੂੰ ਬਿਲਡ ਅਪ ਕਰ ਸਕਦੇ ਹਾਂ। ਸੋ ਅਜੇ ਤੱਕ ਜਿਹੜੀ ਵਿਰੋਧਤਾ ਹੋ ਰਹੀ ਹੈ, ਮੈਂ ਅਜੇ ਕੁਆਇਟ ਰਹਿਣਾ ਚਾਹਾਂਗਾ ਇਸ ਮੁੱਦੇ ਤੇ, ਔਰ ਕੰਮਕਾਜ ਦੇਖ ਕੇ ਫਿਰ ਗੱਲ ਜਿਹੜੀ ਆ ਉਹ ਕਰਨੀ ਚਾਹੀਦੀ। ਜੀ ਕੁਲਦੀਪ ਜੀ, ਜਾਂਦੇ ਜਾਂਦੇ ਗੱਲ ਕਿਸਾਨੀ ਦੀ ਸਮੱਸਿਆ ਦੀ ਵੀ ਕਰਦੇ ਹਾਂ। ਜੇ ਪਰਾਲੀ ਦੇ ਮਸਲੇ ਦੀ ਗੱਲ ਕਰੀਏ ਤਾਂ ਸਰਕਾਰ ਕਈ ਸਕੀਮਾਂ ਬਣਾਉਂਦੀ ਹੈ ਤੇ ਕਈ ਢਾਉਂਦੀ ਹੈ। ਕੀ ਇਸ ਮਸਲੇ ਦਾ ਕੋਈ ਸਥਾਈ ਹੱਲ ਹੈਗਾ ਆ, ਜਾਂ ਫਿਰ ਆਰਜ਼ੀ ਤੌਰ ਤੇ ਗੱਲਾਂ ਬਾਤਾਂ ਤੱਕ ਹੀ ਸੀਮਤ ਰਹਿ ਜੂ ਸਾਰਾ ਕੁਝ? ਪੰਜਾਬ ਸਰਕਾਰ ਦੇ ਬਾਰੇ ਜੇ ਮੈਂ ਗੱਲ ਕਰਾਂ ਤਾਂ ਭਗਵੰਤ ਸਿੰਘ ਮਾਨ ਨੇ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ ਗੱਲ ਆਖੀ ਸੀ ਕਿ ਦੇਖ ਲਿਓ, ਪਰਾਲੀ ਦਾ ਹੱਲ ਅਸੀਂ ਕਰਾਂਗੇ, ਚੰਗੀ ਤਰ੍ਹਾਂ ਕਰਾਂਗੇ, ਤੁਸੀਂ ਦੇਖਦੇ ਰਹੋ, ਤੁਸੀਂ ਜੋ ਪਿਛਲੇ ਸਾਲਾਂ ਵਿੱਚ ਨਹੀਂ ਹੋਇਆ ਇਸ ਵਾਰੀ ਕਰਾਂਗੇ। ਜ਼ਾਹਿਰਾ ਤੌਰ ਤੇ ਉਹਨਾਂ ਨੇ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਸ ਮੁੱਦੇ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜੇ ਜੁਲਾਈ ਮਹੀਨਾ ਚੱਲ ਰਿਹਾ ਹੁਣ, ਜਿਹੜਾ ਉਹਨਾਂ ਨੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਕੀ ਇਹ ਕੋਈ, ਮੈਂ ਸਮਝਦਾ ਕਿ ਇਸ ਦੇ ਪਿੱਛੇ ਵੀ ਕੋਈ ਰਾਜਨੀਤੀ ਹੈ? ਮੈਨੂੰ ਥੋੜ੍ਹੀ ਜਿਹੀ ਜਾਪ ਰਹੀ ਹੈ। ਉਹ ਇਹ ਹੈ ਕਿ 2500 ਰੁਪਏ ਭਾਵ 2500 ਰੁਪਏ ਜਿਹੜੇ ਨੇ ਪ੍ਰਤੀ ਏਕੜ ਜਿਹੜਾ ਹੈ ਕਿਸਾਨ ਨੂੰ ਸਬਸਿਡੀ ਦਿੱਤੀ ਜਾਣੀ ਕਿ ਤੁਸੀਂ ਪਰਾਲੀ ਦਾ ਕੋਈ ਹੱਲ ਕਰੋ, ਜੋ ਮਰਜ਼ੀ ਕਰੋ, ਇਸ ਨੂੰ ਅੱਗ ਨਹੀਂ ਲਾਉਣੀ। ਹੁਣ ਪਿਛਲੀਆਂ ਸਰਕਾਰਾਂ ਕੀ ਕਰਦੀਆਂ ਰਹੀਆਂ ਨੇ? ਪਿਛਲੀਆਂ ਸਰਕਾਰਾਂ ਨੇ ਕੋਸ਼ਿਸ਼ ਤਾਂ ਕੀਤੀ ਹੈ, ਇਸ ਗੱਲ ਤੋਂ ਮੈਂ ਮੁਨਕਰ ਨਹੀਂ ਹਾਂ, ਪਰ ਉਹ ਕੋਸ਼ਿਸ਼ ਕਿੰਨੀ ਕੁ ਸਿੰਸੀਅਰ ਸੀ, ਇਸ ਬਾਰੇ ਗੱਲ ਅਸੀਂ ਕਰ ਸਕਦੇ ਹਾਂ। ਹੁਣ ਇਸ ਵਿੱਚ ਜਿਹੜੀ 2500 ਰੁਪਏ ਦੇਣ ਦੀ ਗੱਲ ਕੀਤੀ ਕਿ 500 ਅਸੀਂ ਦੇਵਾਂਗੇ, 500 ਦਿੱਲੀ ਦੀ ਸਰਕਾਰ ਦੇਗੀ, ਤੇ 1500 ਜਿਹੜਾ ਉਹ ਕੇਂਦਰ ਸਰਕਾਰ ਦੇਗੀ। ਹੁਣ ਲੋਕਾਂ ਦੇ ਮੂਹਰੇ ਸਵਾਲ ਰੱਖ ਦਿੱਤਾ ਹੈ ਕਿ ਅਸੀਂ 500 ਜਾਂ ਤੇ ਇਸ ਤਰ੍ਹਾਂ ਕਰਦੇ ਕਿ 2500 ਦੇਣਾ ਹੈ ਤੇ ਅਸੀਂ ਜਾਂ 2400 ਰੁਪਈਆ ਦੇਣਾ, ਤੇ 800 ਰੁਪਈਆ ਜਿਹੜਾ ਪ੍ਰਤੀ ਏਕੜ ਦਾ ਦਿੱਲੀ, ਪੰਜਾਬ ਤੇ ਕੇਂਦਰ ਸਰਕਾਰ ਦੇਵੇਗੀ। ਇਹ ਕੇਂਦਰ ਸਰਕਾਰ ਤੋਂ 1500 ਲੈਣ ਵਾਲੀ ਗੱਲ ਜਿਹੜੀ ਹੈ ਉਹ ਸਮਝ ਨਹੀਂ ਆਉਂਦੀ। ਕੇਂਦਰ ਸਰਕਾਰ ਕੀ ਜਵਾਬ ਦਿੰਦਾ ਹੈ, ਇਸ ਬਾਰੇ ਸੋਚ ਕੇ ਇਹ ਆਉਣ ਵਾਲੇ ਦਿਨਾਂ ਵਿੱਚ ਵੇਖਣ ਨੂੰ ਮਿਲੇਗਾ। ਕੀ ਉਹ ਟਾਈਮ ਨਾਲ ਜਵਾਬ ਦੇਣਗੇ ਜਾਂ ਫਿਰ ਉਨੀ ਦੇਰ ਤੱਕ ਲੇਟ ਕਰਨਗੇ ਜਦੋਂ ਤੱਕ ਕਿਸਾਨ ਪਰਾਲੀ ਨੂੰ ਦੁਬਾਰਾ ਅੱਗ ਨਹੀਂ ਲਾਉਣੀ ਸ਼ੁਰੂ ਕਰ ਦਿੰਦੇ। ਵੈਸੇ ਆਪਣੇ ਤੌਰ ਤੇ ਮੈਂ ਦੱਸ ਦੇਵਾਂ ਕਿ ਬਹੁਤ ਸਾਰੇ ਕਿਸਾਨਾਂ ਨੇ ਪਰਾਲੀ ਨੂੰ ਜ਼ਮੀਨ ਦੇ ਵਿੱਚ ਖਪਾਉਣ ਲਈ ਜਾਂ ਚੁੱਕਣ ਲਈ ਬਹੁਤ ਸਾਰਾ ਜੁਗਾੜ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਉਹ ਤਿਆਰ ਕੀਤਾ ਹੈ ਤੇ ਪੈਸੇ ਖਰਚੇ ਨੇ। ਇਕੱਲੇ ਕਿਸਾਨਾਂ ਨੇ ਨਹੀਂ ਖਰਚੇ, ਕਿਸਾਨਾਂ ਦੀ ਮਦਦ ਸਰਕਾਰ ਨੇ ਵੀ ਕੀਤੀ ਹੈ। ਹੁਣ ਪਿਛਲੇ ਸਾਲਾਂ ਦੇ ਵਿੱਚ ਕੇਂਦਰ ਵੱਲੋਂ ਉਹ ਮਸ਼ੀਨਰੀ ਤੇ ਸਬਸਿਡੀ ਦਿੱਤੀ ਗਈ ਜਿਸ ਨੇ ਪਰਾਲੀ ਨੂੰ ਸਾਂਭਣਾ ਸੀ, ਉਸ ਦੇ ਵਿੱਚ ਵੀ ਪਰ ਘਪਲੇ ਹੋਏ ਨੇ। ਉਹਨਾਂ ਦੀ ਜਾਂਚ ਪਤਾ ਨਹੀਂ ਕਿ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ, ਉਹ ਮੈਨੂੰ ਨਹੀਂ ਪਤਾ, ਪਰ ਤਕਰੀਬਨ 1200 ਕਰੋੜ ਰੁਪਏ ਜਿਹੜੇ ਨੇ ਪਿਛਲੇ ਸਾਲਾਂ ਦੇ ਵਿੱਚ ਕੇਂਦਰ ਸਰਕਾਰ ਨੇ ਉਹ ਮਸ਼ੀਨਰੀ ਤੇ ਖਰਚੇ ਨੇ ਪੰਜਾਬ ਦੇ ਵਿੱਚ, ਇਕੱਲੇ ਪੰਜਾਬ ਦੇ ਵਿੱਚ, ਜਿਸ ਨੇ ਪਰਾਲੀ ਦਾ ਕੋਈ ਨਾ ਕੋਈ ਹੱਲ ਕੱਢਣਾ। ਦਿੱਲੀ ਤੱਕ ਇਸ ਦਾ ਧੂੰਆਂ ਜਾਂਦਾ ਹੈ, ਨਹੀਂ ਜਾਂਦਾ ਹੈ। ਪੰਜਾਬ ਦਿੱਲੀ ਸਰਕਾਰ ਜਦੋਂ ਰੌਲਾ ਪਾਉਂਦੀ ਹੈ, ਸਮੱਸਿਆ ਤੇ ਉਹਨਾਂ ਨੂੰ ਵੀ ਹੈ ਕਿ ਇਕੱਲੀ ਪੰਜਾਬ ਦੀ ਪਰਾਲੀ ਦਾ ਧੂੰਆਂ ਜਾਂਦਾ ਹੈ ਜਾਂ ਪਾਕਿਸਤਾਨ ਤੋਂ ਆਉਂਦਾ ਜਾਂ ਰਾਜਸਥਾਨ ਤੋਂ ਆਉਂਦਾ ਜਾਂ ਹਰਿਆਣੇ ਵਾਲਿਆਂ ਦਾ ਜਾਂਦਾ, ਇਹ ਗੱਲਾਂ ਦਾ ਅਜੇ ਪਤਾ ਨਹੀਂ ਅਸਲੀਅਤ ਕੀ ਹੈ। ਪਰ ਦਿੱਲੀ ਦਾ ਆਪਣਾ ਧੂੰਆਂ ਵੀ ਬਹੁਤ ਹੈ, ਗੱਲ ਸਮਝਣ ਦੀ ਲੋੜ ਹੈ। ਦਿੱਲੀ ਵਿੱਚ ਆਪਣੀ ਗੰਦਗੀ ਵੀ ਬਹੁਤ ਹੈ। ਉਦੋਂ ਨੂੰ ਮੌਸਮ ਬਦਲੀ ਹੁੰਦਾ ਹੈ ਤੇ ਪੋਲੂਸ਼ਨ ਉਹਨਾਂ ਦਿਨਾਂ ਦੇ ਵਿੱਚ ਸਤੰਬਰ ਅਕਤੂਬਰ ਦੇ ਵਿੱਚ ਹੋਣਾ ਹੀ ਹੁੰਦਾ ਹੈ। ਹੁਣ ਗੱਲ ਇਹ ਹੈ ਕਿ 2019 ਦੇ ਵਿੱਚ ਕੇਂਦਰ ਸਰਕਾਰ ਨੇ, ਸੁਪਰੀਮ ਕੋਰਟ ਨੇ ਪਰਾਲੀ ਪ੍ਰਬੰਧਨ ਲਈ 100 ਰੁਪਈਆ ਪ੍ਰਤੀ ਏਕੜ ਜਿਹੜਾ ਹੈ ਕੇਂਦਰ ਨੂੰ ਦੇਣ ਦੀ ਹਦਾਇਤ ਕੀਤੀ ਸੀ, ਪਰ ਪੰਜਾਬ ਸਰਕਾਰ ਨੇ ਆਪਣੇ ਤੌਰ ਤੇ ਇਸ ਨੂੰ 2500 ਤੱਕ ਕਰ ਦਿੱਤਾ। 2500 ਜੇ ਕਿਸਾਨ ਨੂੰ ਮਿਲ ਜਾਂਦਾ ਹੈ ਤੇ ਵਾਕਿਆ ਫਿਰ ਕਿਸਾਨ ਇਸ ਦਾ ਕੋਈ ਨਾ ਕੋਈ ਹੱਲ ਕਰ ਸਕੇਗਾ, ਉਸ ਨੂੰ ਪਲਾਉ ਕਰ ਸਕੇਗਾ,
ਉਹਨੂੰ ਹੋਰ ਬੜੇ ਤਰੀਕੇ ਨੇ ਗੱਠਾਂ ਬੰਨ੍ਹ ਕੇ ਚੁਕਵਾ ਵੀ ਸਕਦਾ ਹੈ, ਲੇਬਰ ਓਰੀਐਂਟਡ ਕੰਮ ਹੋਵੇਗਾ। ਇਸ ਦੇ ਨਾਲ ਜੇ ਸਰਕਾਰ ਆਪਣੀ ਜੇਬ ਢਿੱਲੀ ਕਰਦੀ ਹੈ ਤੇ ਜ਼ਾਹਿਰਾ ਤੌਰ ਤੇ ਮੈਂ ਇਹ ਸਮਝਦਾ ਕਿ ਸਰਕਾਰ ਜਿਹੜੀ ਹੈ ਉਹ ਚੰਗਾ ਕਦਮ ਉਠਾਉਣ ਜਾ ਰਹੀ ਹੈ। ਜੀ ਪਰ ਇਹ ਪ੍ਰੈਕਟੀਕਲੀ ਪੋਸੀਬਲ ਹੋਵੇਗਾ ਕਿ ਨਹੀਂ, ਇਸ ਬਾਰੇ ਅਜੇ ਨਹੀਂ ਕਹਿ ਸਕਦੇ, ਪਰ ਸਰਕਾਰ ਦਾ ਇਹ ਕੰਮ ਸ਼ਲਾਘਾਯੋਗ ਹੈ। ਜੀ ਪ੍ਰੋਗਰਾਮ ਨੂੰ ਇੱਥੇ ਵਿਰਾਮ ਲਾਉਂਦੇ ਆ, ਦਰਸ਼ਕਾਂ ਕੋਲ ਵਿਦਾ ਲੈਂਦੇ ਆ। ਕੁਲਦੀਪ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਭਲਕੇ ਫਿਰ ਨਵੇਂ ਮੁੱਦਿਆਂ ਦੇ ਨਾਲ ਹਾਜ਼ਰੀ ਭਰਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਹੈ ਜੀ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।